ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਮ ਅਸ਼ਟਕ ਸੁਰ ਸਰਬ ਕਰ ਉਰਮਹਿ ਆਨੰਦ ਪਾਏ। ਦਰਸ਼ਨ ਪਰਸਨ ਸਰਸਹੀ ਗਮਨੇ ਪੁਨ ਸਮੁਦਾਏ। ਇਮ ਅਸ਼ਟਕ ਸੁਰ ਸਰਬ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਲੋਕ ਪਰਲੋਕ ਦੇ ਦਾਤੇ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਸਵਾਰੀ ਗੁਰੂ ਪਿਆਰੀ ਸੰਗਤ ਜੀਓ, ਸਤਿਗੁਰੂ ਜੀ ਨੇ ਕਿਰਪਾ ਦਇਆ ਰਹਿਮਤ ਬਖਸ਼ਿਸ਼ ਕੀਤੀ ਹੈ। ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਇਸ ਪਵਿੱਤਰ ਪਾਵਨ ਅਸਥਾਨ 'ਤੇ ਆਪ ਜੀ ਸਤਿਗੁਰਾਂ ਦੇ ਦਰਸ਼ਨ ਪਰਸ਼ਨ ਕਰ ਰਹੇ ਹੋ। ਲੜੀਵਾਰ ਕਥਾ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਅੰਤਰਜਾਮੀ ਧੰਨ 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 ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਦੀ ਕਥਾ ਆਪ ਜੀ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰ ਰਹੇ ਹੋ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਸਰੀਰ ਤਿਆਗਣ ਦੀ ਤਿਆਰੀ ਕਰ ਰਹੇ ਹਨ। ਬੈਰਾਗਮਈ ਕਥਾ ਚੱਲ ਰਹੀ ਹੈ। ਮਹਾਰਾਜ ਜੀ ਨੇ ਮਾਤਾ ਮਰਵਾਹੀ ਜੀ ਦੇ ਨਾਲ ਆਉਂਦੇ ਸਮੇਂ ਦੇ ਬਚਨ ਕੀਤੇ। ਫਿਰ ਮਾਤਾ ਨਾਨਕੀ ਜੀ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ, ਗਰੀਬ ਨਵਾਜ ਆਪ ਜੀ ਨੇ ਗੱਦੀ ਜਿਹੜੀ ਹੈ ਉਹ ਆਪਣੇ ਪੋਤਰੇ ਨੂੰ ਬਖਸ਼ਿਸ਼ ਕੀਤੀ ਹੈ, ਪਰ ਆਪ ਜੀ ਦੇ ਪੁੱਤਰ ਸਾਹਿਬਜ਼ਾਦੇ ਸ਼੍ਰੀ ਤੇਗ ਬਹਾਦਰ ਜੀ ਬਹੁਤ ਭੋਲੇ ਹਨ। ਕਿਸੇ ਨਾਲ ਵੀ ਵਾਧੂ ਬਚਨ ਨਹੀਂ ਕਰਦੇ, ਚੁੱਪ ਹੀ ਰਹਿੰਦੇ ਹਨ। ਮਹਾਰਾਜ ਉਹਨਾਂ ਨੂੰ ਤਾਂ ਜਗਤ ਦੇ ਕਾਰ ਵਿਹਾਰ ਵੀ ਨਹੀਂ ਆਉਂਦੇ। ਹੇ ਸੱਚੇ ਪਾਤਸ਼ਾਹ, ਮਹਾਰਾਜ ਤੁਹਾਡੇ ਪੁੱਤਰ ਤੇਗ ਬਹਾਦਰ ਜੀ ਦਾ ਕੀ ਬਣੇਗਾ? ਗੁਰੂ ਹਰਗੋਬਿੰਦ ਸਾਹਿਬ ਜੀ ਉਸ ਸਮੇਂ ਪ੍ਰਸ਼ਾਦ ਛਕ ਰਹੇ ਸਨ, ਪ੍ਰਸ਼ਾਦਾ ਛਕ ਰਹੇ ਸਨ। ਪ੍ਰਸ਼ਾਦਾ ਛਕਣ ਤੋਂ ਉਪਰੰਤ ਸਤਿਗੁਰੂ ਜੀ ਨੇ ਜਿਸ ਰੁਮਾਲ ਨਾਲ ਹੱਥ ਪੂੰਝੇ ਆ, ਹੱਥ ਸੁੱਚੇ ਕਰਕੇ, ਉਹ ਰੁਮਾਲ ਮਾਤਾ ਨਾਨਕੀ ਜੀ ਨੂੰ ਦੇ ਕੇ ਕਹਿਣ ਲੱਗੇ, ਲਓ ਆਪਣੇ ਪੁੱਤਰ ਤੇਗ ਬਹਾਦਰ ਜੀ ਨੂੰ ਇਹ ਰੁਮਾਲ ਦੇ ਦਿਓ, ਇਹਨਾਂ ਨੂੰ ਗੁਰਤਾ ਗੱਦੀ ਅਵੱਛ ਮਿਲੇਗੀ। ਵਿਦਵਾਨ ਗੁਰਮੁਖ ਪਿਆਰੇ ਦੱਸਦੇ ਹੈ ਕਿ ਬਾਪੂ ਦਾ ਦਿੱਤਾ ਹੋਇਆ ਰੁਮਾਲ ਕਦੋਂ ਹਿੰਦ ਦੀ ਧਰਮ ਦੀ ਚਾਦਰ ਹੀ ਬਣ ਗਿਆ, ਇਹਦਾ ਪਤਾ ਹੀ ਨਹੀਂ ਲੱਗਾ। ਕਿਉਂਕਿ ਰੁਮਾਲ ਸੀਗਾ, ਰੁਮਾਲ ਬਹੁਤ ਛੋਟਾ ਕੱਪੜਾ ਹੁੰਦਾ ਤੇ ਚਾਦਰ ਵੱਡੀ ਹੁੰਦੀ ਹੈ, ਵੱਡਾ ਕੱਪੜਾ ਹੁੰਦਾ।
ਕਹਿੰਦੇ ਰੁਮਾਲ ਸੂਚਕ ਸੀਗਾ ਵੀ ਜੇ ਗੁਰਤਾ ਗੱਦੀ ਲੈਣੀ ਹੈ ਤਾਂ ਫਿਰ ਧਰਮ ਦੀ ਚਾਦਰ ਵੀ ਬਣਨਾ ਪਏਗਾ। ਪੋਥੀ ਦਿੱਤੀ ਵੀ ਆਪਣੀ ਨਹੁੰ ਨੂੰ ਕਹੋ ਗੁਰਬਾਣੀ ਦਾ ਅਭਿਆਸ ਕਰੇ। ਵਾਹਿਗੁਰੂ। ਕਿਉਂ? ਕਹਿੰਦੇ ਸਮਾਂ ਆਏਗਾ ਨਾਨਕੇ ਜੀ ਤੁਹਾਡੇ ਘਰ ਵਿੱਚ ਬੜੇ ਯੋਧੇ ਪੋਤਰੇ ਦਾ ਜਨਮ ਹੋਏਗਾ। ਕਹਿਣ ਲੱਗੇ ਜਿਨ੍ਹਾਂ ਦਾ ਪ੍ਰਤਾਪ ਸਾਡੇ ਨਾਲੋਂ ਵੀ 10 ਗੁਣਾ ਵੱਧ ਹੋਵੇਗਾ। ਚਾਰੇ ਦਿਸ਼ਾਵਾਂ ਵਿੱਚ, ਖੰਡਾਂ ਬਰਭੰਡਾਂ ਦੇ ਵਿੱਚ, 9 ਖੰਡਾਂ ਦੇ ਵਿੱਚ ਉਹ ਸਾਡੇ ਪੋਤਰੇ ਦਾ ਜਸ ਹੋਵੇਗਾ। ਸਾਧ ਸੰਗਤ ਜੀ, 6ਵੇਂ ਪਾਤਸ਼ਾਹ ਦਾ ਪੋਤਰਾ ਕੌਣ ਹੈ? 6ਵੇਂ ਪਾਤਸ਼ਾਹ ਦੇ ਪੋਤਰੇ ਨੇ 10ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਆਉਣ ਵਾਲੇ ਸਮੇਂ ਦੇ ਬਚਨ ਕੀਤੇ। ਹਜ਼ੂਰ ਮਹਾਰਾਜ ਸਤਿਗੁਰੂ ਜੀ ਸਰੀਰ ਤਿਆਗਣ ਦੀ ਤਿਆਰੀ ਵਿੱਚ ਹਨ। ਇੱਕ ਕੋਠਾ ਕਮਰਾ ਸਤਿਗੁਰਾਂ ਨੇ ਆਪ ਬਣਵਾਇਆ, ਉੱਪਰ ਖਲੋ ਕੇ ਤੀਰ ਚਲਾਇਆ। ਜਿੱਥੇ ਜਾ ਕੇ ਤੀਰ ਡਿੱਗਿਆ, ਮਹਾਰਾਜ ਕਹਿਣ ਲੱਗੇ ਅਸਥਾਨ ਤਿਆਰ ਕਰੋ। ਉੱਥੇ ਸਥਾਨ ਤਿਆਰ ਕੀਤਾ, ਜਿਹਨੂੰ ਪਤਾਲਪੁਰੀ ਕਹਿੰਦੇ ਆਪਾਂ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਗੁਪਤ ਰੂਪ ਵਿੱਚ ਦੇਵੀ ਦੇਵਤੇ ਵੀ ਆ ਰਹੇ ਹਨ। ਉਹਨਾਂ ਨੇ ਮਹਾਰਾਜ ਦੀ ਵਡਿਆਈ ਕੀਤੀ ਹੈ, ਇੱਕ ਅਸ਼ਟਕ ਉਚਾਰਨ ਕੀਤਾ। ਹਾਂਜੀ, ਹਜ਼ੂਰ ਗਰੀਬ ਨਵਾਜ਼ ਸਤਿਗੁਰੂ ਜੀ ਨੂੰ, ਕਿਉਂਕਿ ਸਾਰੇ ਦੇਵਤੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਏ ਗੁਪਤ ਰੂਪ ਵਿੱਚ। ਕਿਉਂ ਜੀ? ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਹੁਣ ਮਹਾਰਾਜ ਆਪਣਾ ਸਰੀਰ ਸੰਕੋਚ ਰਹੇ ਆ। ਇਸ ਸਰੀਰ ਵਿੱਚ ਗੁਰੂ ਨਾਨਕ ਦੀ ਇਸ ਜੋਤ ਦੇ ਦਰਸ਼ਨ ਕਰ ਲਈਏ। ਸਦਾ ਦੇਵ ਪਾਲੋ ਬਿਨੈ ਆਪ ਮਾਨੋ, ਸਹਾਈ ਬਨੋ ਬ੍ਰਿੰਦ ਦੋਖੀਨ ਹਾਨੋ। ਮਹਾਰਾਜ ਰਾਜਾਨ ਰਾਜਾ ਦਿਖਾਰੋ, ਮਹਾ ਤੇਜ ਧਾਰੀ ਕਰੋ ਸੰਤ ਕਾਜੋ। ਕਰੋ ਸੰਤ ਕਾਜੋ। ਜਗਨਨਾਥ ਮਾਧੋ ਸਰੂਪੰ ਛਬੀਲਾ, ਕਰੋ ਲੋਕ ਮੈਂ ਮਾਨਵੀ ਚਾਰ ਲੀਲਾ। ਨਯੋ ਪੰਥ ਸਿੱਖੀ ਬਿਥਾਰੀ ਮੁਕੰਦਾ, ਵਿਕਾਰੰ ਬਹੀਨਾ ਕੁਬੰਦੰ ਨਿਕੰਦਾ। ਭਾਈ ਬੁੱਧ ਮੰਦੰ ਕਲੀ ਕਾਲ ਜਾਨੀ, ਲਿਓ ਬੇਦ ਸਾਰੰ ਰਚੀ ਚਾਰ ਬਾਨੀ। ਪਠੰਤੇ ਸੁਨੰਤੇ ਹਨੰਤੇ ਕਲੰਕਾ, ਲਹੈ ਮੋਖ ਕੋ ਅੰਤ ਕਵੈ ਨਾ ਆਤੰਕਾ। ਭਏ ਬੰਸ ਬੇਦੀ ਬਿਖੈ ਸੰਤ ਮੰਤਾ, ਦਿਓ ਸਤ ਨਾਮੂ ਮਹਾਮੰਤਰ ਜਨਤਾ। ਨਵੋ ਖੰਡ ਮਾਹੀ ਕਰੀ ਕ੍ਰਿਤ ਮੰਡੰ, ਗੁਰੂ ਰੂਪ ਹੋਏ ਮਤੰ ਖੰਡ ਖੰਡੰ। ਇਹ ਦੇਵਤੇ ਵੀ ਮਹਾਰਾਜ ਦੀ ਸ਼ੋਭਾ ਕਰ ਰਹੇ ਆ। ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੁਣ ਤੱਕ 6ਵੇਂ ਪਾਤਸ਼ਾਹ ਤੱਕ ਉਹਨਾਂ ਨੇ ਫਿਰ ਮਹਾਰਾਜ ਦੀ ਵਡਿਆਈ ਕੀਤੀ ਹੈ। ਅਰਿਓ ਕੋ ਨਾ ਆਗੇ ਕਰਾ ਮਾਤ ਭਾਰੇ, ਜਸੰ ਚਾਰ ਫੈਲਾ ਜਪੈ ਨਾਮ ਸਾਰੇ। ਮਹਾ ਮੋਹ ਸੋਂਡੀ ਹਿਰਦੈ ਕਾਨ ਨੋ ਮੈਂ, ਬਟੋ ਬਾਕ ਸ਼ੇਰੰ ਤੁਮਹਾਰੋ ਜਨੋ ਮੈਂ। ਕਈ ਕੋਟ ਦਾਸਾਨ ਕੋ ਪਾਰ ਕੀਨੋ, ਖਟੰਗ ਰੂਪ ਧਾਰੇ ਭਲੋ ਪੰਥ ਦੀਨੋ। ਗੁਰੂ ਸਿੱਖ ਕੈ ਨੇਰ ਜਾਵੇ ਨਾ ਦਵੈਤੰ, ਧਰੈ ਧਿਆਨ ਕੋ ਹੋਹੇ ਸੋ ਬੁੱਧ ਪੂਤੰ। ਰੂਪ ਸੰਗ ਜੰਗੰ ਕਰੇ ਅੰਗ ਭੰਗੰ, ਬਿਜੈ ਲੀਨ ਭਾਰੀ ਸੁਧਾਰੇ ਆਤੰਕੰ। ਨਮੋ ਪਾਦ ਕੰਜੰ ਕਿਰਪਾਲੰ ਸਰੂਪੰ, ਮੁਕੰਦੰ ਸੁਛੰਦੰ ਆਨੰਦੰ ਅਨੂਪੰ। ਸਦਾ ਜੈ ਸਦਾ ਜੈ ਸਦਾ ਜੈ ਤੁਮਾਰੀ, ਗੁਰੂ ਰੂਪ ਸਾਰੇ ਨਮੋ ਹੋਇ ਹਮਾਰੀ। ਮਨੋਕਾਮਨਾ ਪੂਰ ਦਾਸਾਨ ਕੇਰੀ, ਕਰੋ ਦੇਵ ਬ੍ਰਿੰਦਾਨ ਰੱਛਾ ਬਡੇਰੀ। ਦੇਵਤਿਆਂ ਨੇ ਸੰਸਕ੍ਰਿਤ ਵਿੱਚ ਆ ਕੇ ਮਹਾਰਾਜ ਦੀ ਇਹ ਸ਼ੋਭਾ ਕੀਤੀ ਹੈ।
ਹੁਣ ਅੱਗੋਂ ਕਥਾ ਤੁਰਦੀ ਹੈ, ਬੈਰਾਗਮਈ ਇਹ ਕਥਾ ਹੈ। ਸੋ ਸਾਧ ਸੰਗਤ ਜੀ, ਆਪਾਂ ਮਹਾਰਾਜ ਦੀ ਇਹ ਕਥਾ ਸੁਣੀਏ। ਜਿੰਨੇ ਤੁਸੀਂ ਮਗਰ ਮਗਰ ਮੇਰੀਆਂ ਭੈਣਾਂ ਮਾਤਾਵਾਂ ਸਾਰੇ ਬੈਠੇ ਹੋ, ਸਿੰਘ ਬੈਠੇ ਹੋ, ਸਾਰਿਆਂ ਨੂੰ ਦਾਸ ਦੋਵੇਂ ਹੱਥ ਜੋੜ ਕੇ ਇੱਕ ਬੇਨਤੀ ਕਰਦਾ, ਪ੍ਰਵਾਨ ਕਰ ਲਿਓ ਵੀ ਪਿੱਛੋਂ ਉੱਠ ਖਲੋਵੋ। ਆਓ ਅੱਗੇ ਅੱਗੇ ਜਿੱਥੇ ਚਾਦਰਾਂ ਵਿਛੀਆਂ ਨੇ ਇੱਥੇ ਉੱਠ ਕੇ ਬੈਠੋ, ਸਾਰੇ ਅੱਗੇ ਆ ਕੇ ਬੈਠੋ। ਮਹਾਰਾਜ ਦੀ ਇਹ ਬੈਰਾਗਮਈ ਕਥਾ ਹੈ। ਸੋ ਆਪਾਂ ਇਹ ਕਥਾ ਨੂੰ ਬੜੇ ਹੀ ਪਿਆਰ ਨਾਲ ਸਰਵਣ ਕਰਨਾ। ਛੇਵੇਂ ਪਾਤਸ਼ਾਹ ਸਤਿਗੁਰਾਂ ਦੇ ਜੀਵਨ ਦੇ ਇਹ ਅੰਤਮ ਸਮੇਂ ਦੇ ਬਚਨ ਹਨ। ਆਓ ਗੁਰਮੁਖੋ ਪਿਆਰ ਦੇ ਨਾਲ ਸਰਵਣ ਕਰੀਏ। ਧੰਨਵਾਦ ਹੈ ਸੰਗਤਾਂ ਦਾ ਜਿਨ੍ਹਾਂ ਨੇ ਬੇਨਤੀ ਮੰਨੀ ਹੈ। ਬਾਕੀ ਵੀ ਜਿਹੜੇ ਮਗਰ ਮਗਰ ਪਿੱਛੇ ਪਿੱਛੇ ਬੈਠੇ ਆ, ਭਾਈ ਉਦਮ ਕਰੋ, ਉਦਮ ਕਰੋ, ਉਦਮ। ਧੰਨਵਾਦ ਹੈ। ਉੱਠ ਕੇ ਭਾਈ ਅੱਗੇ ਆ ਕੇ ਬੈਠੋ, ਮਹਾਰਾਜ ਦੀ ਕਥਾ ਸੁਣੋ। ਕਥਾ ਦਾ ਸਮਾਂ ਹੋ ਗਿਆ ਹੈ। ਸੋ ਉੱਠ ਕੇ ਚਾਦਰਾਂ ਉੱਤੇ ਆਪੇ ਹੀ ਆ ਜਾਇਆ ਕਰੋ। ਆਓ ਪਿਆਰ ਨਾਲ ਗੱਜ ਕੇ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਮ ਅਸ਼ਟਕ ਸੁਰ ਸਰਬ ਕਰ। ਹਾਂਜੀ, ਉਰਮਹਿ ਆਨੰਦ ਪਾਏ। ਦੇਵਤੇ ਆਏ ਹਨ। ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਵਿੱਚ ਉਹਨਾਂ ਨੇ ਅਸ਼ਟਕ ਉਚਾਰਨ ਕੀਤਾ। ਅਸ਼ਟਕ ਕਹਿੰਦੇ ਆ ਮਹਿਮਾ ਦੇ ਵਿੱਚ ਕਵਿਤਾ ਗਾਉਣੀ। ਗੁਰਮੁਖੋ ਮਾਣ ਕਰਿਆ ਕਰੋ। ਸਾਡੇ ਸਤਿਗੁਰਾਂ ਦੇ ਅੱਗੇ ਦੇਵੀ ਦੇਵਤੇ ਵੀ ਝੁਕਦੇ ਹਨ। ਦੇਵੀ ਦੇਵਤੇ ਆ ਕੇ ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਝੁਕੇ ਹਨ। ਆ ਕੇ ਅਸ਼ਟਕ ਉਚਾਰਨ ਕੀਤਾ। ਸਤਿਗੁਰਾਂ ਦੇ ਦਰਸ਼ਨ ਕਰਕੇ ਬਹੁਤ ਆਨੰਦ ਮਿਲਿਆ ਹੈ। ਦਰਸ਼ਨ ਪਰਸਨ ਸਰਸਹੀ ਗਮਨੇ ਪੁਨ ਸਮੁਦਾਏ। ਸਤਿਗੁਰਾਂ ਦੇ ਦਰਸ਼ਨ ਕੀਤੇ ਹਨ, ਮਹਾਰਾਜ ਦੇ ਬਚਨ ਸੁਣੇ ਹਨ। ਫਿਰ ਆਪੋ ਆਪਣੀਆਂ ਪੁਰੀਆਂ ਦੇ ਵਿੱਚ ਦੇਵਤੇ ਜਿਹੜੇ ਹਨ ਉਹ ਚਲੇ ਗਏ ਹਨ। ਚੌਪਈ ਇੱਕ ਕੋਸ਼ਟ ਸਤਿਗੁਰੂ ਕਰਾਇਓ। ਮਹਾਰਾਜ ਸਤਿਗੁਰਾਂ ਨੇ ਆਪਣੇ ਸਰੀਰ ਤਿਆਗਣ ਵਾਸਤੇ ਗੁਰਮੁਖੋ ਇੱਕ ਕੋਠਾ ਬਣਵਾਇਆ ਸੀ। ਕੋਠਾ ਯਾਨੀ ਕਿ ਇੱਕ ਕਮਰਾ ਬਣਵਾਇਆ ਸੀ। ਉਸ ਕਮਰੇ ਵਿੱਚ ਮਹਾਰਾਜ ਨੇ ਸਰੀਰ ਤਿਆਗਣਾ ਸੀਗਾ ਜੀ। ਚਲੋ ਅੱਜ ਉਹ ਕਮਰਾ, ਉਹ ਕੋਠਾ ਮੌਜੂਦ ਨਹੀਂ ਹੈ ਸਾਡੇ ਵਿੱਚ, ਪਰ ਸਤਿਗੁਰਾਂ ਨੇ ਆਪ ਬਣਵਾਇਆ। ਛੇਵੇਂ ਪਾਤਸ਼ਾਹ ਨੇ ਆਪਣੇ ਸਰੀਰ ਤਿਆਗਣ ਵਾਸਤੇ। ਵੇਖੋ, ਲੋਕ ਜਿਉਣ ਦੀ ਤਿਆਰੀ ਕਰਦੇ ਤਾਂ ਵੇਖੇ ਐ, ਸਰੀਰ ਤਿਆਗਣ ਦੀ ਤਿਆਰੀ ਵੇਖਣੀ ਤੇ ਸਤਿਗੁਰਾਂ ਦੀ ਕਥਾ ਸੁਣ ਲਓ ਭਾਈ। ਮਹਾਰਾਜ ਨੇ ਉਹ ਕੋਠਾ ਤਿਆਰ ਕਰਵਾਇਆ ਔਰ ਉਸ ਕੋਠੇ ਦਾ ਨਾਮ ਸਤਿਗੁਰਾਂ ਨੇ ਪਤਾਲਪੁਰੀ ਰੱਖਿਆ ਜੀ। ਹਾਂਜੀ, ਨਾਮ ਪਤਾਲਪੁਰੀ ਤਿਸ ਗਾਇਓ। ਮਹਾਰਾਜ ਨੇ ਉਹਦਾ ਨਾਮ ਪਤਾਲਪੁਰੀ ਰੱਖਿਆ। ਅੱਜ ਵੀ ਕੀਰਤਪੁਰ ਸਾਹਿਬ ਅਸਥਾਨ ਹੈ। ਉਸ ਸਥਾਨ ਨੂੰ ਗੁਰਦੁਆਰਾ ਪਤਾਲਪੁਰੀ ਸਾਹਿਬ ਕਹਿੰਦੇ, ਜਿੱਥੇ ਮ੍ਰਿਤਕ ਵਿਅਕਤੀਆਂ ਦੇ ਅਸਤ ਜਿਹੜੇ ਆ ਉਹ ਪ੍ਰਵਾਹ ਕੀਤੇ ਜਾਂਦੇ। ਸਾਧ ਸੰਗਤ ਜੀ, ਪਤਾਲਪੁਰੀ ਉਹਦਾ ਨਾਮ ਸਤਿਗੁਰਾਂ ਨੇ ਰਖਵਾਇਆ। ਹੋਨ ਪ੍ਰਵੇਸ਼ ਤਿਸੀ ਮੈਂ ਚਾਹਾ। ਹੁਣ ਸਤਿਗੁਰੂ ਜੀ ਉਹਦੇ ਵਿੱਚ ਪ੍ਰਵੇਸ਼ ਹੋਣਾ ਚਾਹੁੰਦੇ ਆ। ਬਸ ਪ੍ਰਵੇਸ਼ ਹੋਣ ਤੋਂ ਬਾਅਦ ਸਤਿਗੁਰਾਂ ਨੇ ਕਿਸੇ ਨਾਲ ਬਚਨ ਨਹੀਂ ਕਰਨਾ। ਉਹਦੇ ਵਿੱਚ ਪ੍ਰਵੇਸ਼ ਹੋਣਾ ਤੇ ਜਦੋਂ ਦਰਵਾਜ਼ਾ ਖੁੱਲ੍ਹਣਾ ਉਦੋਂ ਸਰੀਰ ਛੱਡਿਆ ਹੀ ਹੋਣਾ ਮਹਾਰਾਜ ਨੇ। ਸੋ ਮਹਾਰਾਜ ਉਸ ਕੋਸ਼ਟ ਵਿੱਚ, ਕੋਠੇ ਵਿੱਚ ਪ੍ਰਵੇਸ਼ ਹੋਣਾ ਚਾਹੁੰਦੇ ਹਨ। ਸਭਹੀਨ ਕੋ ਬੁਲਾਏ ਕਰ ਪਾਹਾ। ਸਤਿਗੁਰਾਂ ਨੇ ਸਾਰਿਆਂ ਨੂੰ ਆਪਣੇ ਕੋਲ ਸੱਦ ਲਿਆ। ਸਤਿਗੁਰ ਭਾਣੈ ਆਪਣੈ ਬਹਿ ਪਰਿਵਾਰ ਸਦਾਇਆ। ਸਤਿਗੁਰਾਂ ਨੇ, ਛੇਵੇਂ ਪਾਤਸ਼ਾਹ ਨੇ ਸਾਰੇ ਆਪਣੇ ਪਰਿਵਾਰ ਨੂੰ, ਪੁੱਤਰਾਂ ਨੂੰ, ਪਤਨੀਆਂ ਨੂੰ, ਪੋਤਰਿਆਂ ਨੂੰ, ਸਿੱਖਾਂ ਨੂੰ, ਸਾਰਿਆਂ ਨੂੰ ਸੱਦਾ ਭੇਜਿਆ ਵੀ ਭਾਈ ਸਾਡੇ ਕੋਲ ਆਵੋ। ਆਪ ਜਾਨ ਪਰਲੋਕ ਮਝਾਰੇ। ਹਾਂਜੀ, ਜੁਤ ਕੁਟੰਬ ਸਭ ਸੰਗ ਉਚਾਰੇ। ਕਿਉਂਕਿ ਮਹਾਰਾਜ ਨੇ ਪਰਲੋਕ ਜੂ ਜਾਣਾ ਹੈ, ਸਰੀਰ ਜੂ ਤਿਆਗਣਾ ਹੈ।
ਕਿਸੇ ਨੂੰ ਕੋਈ ਭੁਲੇਖਾ ਨਾ ਰਹਿ ਜਾਵੇ, ਇਸ ਕਰਕੇ ਆਪ ਬਚਨ ਕਰਨਾ ਛੇਵੇਂ ਪਾਤਸ਼ਾਹ ਸਤਿਗੁਰਾਂ ਨੇ। ਪੂਰਬ ਸ਼੍ਰੀ ਹਰਿ ਰਾਏ ਸਮੀਪ, ਹਾਂਜੀ, ਬੈਠਿਓ ਆਨ ਜੋਧ ਅਵਨੀਪ। ਸਭ ਤੋਂ ਪਹਿਲਾਂ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਕੋਲ ਆ ਕੇ ਬੈਠ ਗਏ। ਕਾਂਗੜਪੁਰ ਦਾ ਰਾਜਾ ਰਾਏ ਜੋਧ, ਇਹ ਵੀ ਮਹਾਰਾਜ ਦੇ ਕੋਲ ਆ ਕੇ ਬੈਠਾ। ਰਾਏ ਜੋਧ ਜਦੋਂ ਪਹਿਲੀ ਵਾਰੀ ਸਤਿਗੁਰਾਂ ਦੇ ਕੋਲ ਆਇਆ ਸੀ ਨਾ, ਛੇਵੇਂ ਪਾਤਸ਼ਾਹ ਨੇ ਇਹਨੂੰ ਬਚਨ ਕੀਤਾ ਸੀ, ਤੈਨੂੰ ਗੁਰੂ ਚਿੱਤ ਆਵੇ। ਬਸ ਉਸ ਦਿਨ ਤੋਂ ਰਾਏ ਜੋਧ ਨੂੰ ਸਤਿਗੁਰੂ ਭੁੱਲੇ ਹੀ ਨਹੀਂ। ਸਾਧ ਸੰਗਤ ਜੀ, ਰਾਏ ਜੋਧ ਵੀ ਮਹਾਰਾਜ ਜੀ ਦੇ ਕੋਲ ਆ ਕੇ ਬੈਠ ਗਿਆ ਹੈ। ਗੁਰ ਘਰਨੀ ਦੋਨੋਂ ਸੁਨ ਆਈ, ਸਤਿਗੁਰਾਂ ਦੇ ਮਹਿਲ ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ, ਉਹਨਾਂ ਨੂੰ ਵੀ ਪਤਾ ਲੱਗਾ ਮਹਾਰਾਜ ਕੋਠੇ ਅੰਦਰ ਪ੍ਰਵੇਸ਼ ਹੋਣ ਲੱਗੇ ਹਨ। ਦੋਵੇਂ ਪਤਨੀਆਂ ਸਤਿਗੁਰਾਂ ਦੀਆਂ ਉੱਥੇ ਚੱਲ ਕੇ ਆਈਆਂ ਹਨ। ਸ਼ੋਭਤ ਰਿਦਾ ਅਸ਼ਰਨ ਬਹਾਈ। ਹਾਂ, ਇਹ ਭਾਣਾ ਅਸਹਿ ਹੈ ਪਤਨੀਆਂ ਵਾਸਤੇ, ਮਾਤਾ ਨਾਨਕੀ ਜੀ ਵਾਸਤੇ, ਮਾਤਾ ਮਰਵਾਹੀ ਜੀ ਵਾਸਤੇ ਵੀ। ਸਤਿਗੁਰੂ ਐਡੇ ਛੇਤੀ ਸਰੀਰ ਤਿਆਗ ਦੇਣ ਲੱਗੇ ਆ। 50 ਸਾਲ ਤੋਂ ਕੁਝ ਕੁ ਸਾਲ ਉੱਤੇ ਸੀ ਮਹਾਰਾਜ ਦੀ ਉਮਰ, 60 ਸਾਲ ਪੂਰੀ ਉਮਰ ਨਹੀਂ ਸੀ ਗੁਰੂ ਹਰਗੋਬਿੰਦ ਸਾਹਿਬ ਦੀ। ਮਾਤਾਵਾਂ ਬੈਰਾਗ ਕਰ ਰਹੀਆਂ ਹਨ, ਆ ਕੇ ਨੇਤਰਾਂ ਵਿੱਚ ਹੰਝੂ ਵਹਿ ਰਹੇ ਹਨ। ਬਰਿੰਦ ਮਸੰਦ ਬਿਲੰਦੈ ਆਏ, ਸਾਰੇ ਮਸੰਦ ਵੀ ਉੱਥੇ ਪਹੁੰਚ ਗਏ। ਕੋਈ ਮਸੰਦ ਆਪਣੇ ਤੰਬੂ ਵਿੱਚ ਨਹੀਂ ਬੈਠਾ, ਸਾਰੇ ਪਹੁੰਚ ਗਏ। ਚਲੋ ਭਾਈ, ਇਹ ਮਹਾਰਾਜ ਦੇ ਅੰਤਮ ਹੀ ਦਰਸ਼ਨ ਹਨ। ਸਿੱਖ ਸੰਗਤ ਇਕੱਠੀ ਸਮੁਦਾਏ, ਸਾਰੀ ਸੰਗਤ ਵੀ ਇਕੱਠੀ ਹੋ ਕੇ ਉੱਥੇ ਪਹੁੰਚ ਗਈ ਹੈ ਵੀ ਭਾਈ ਇਹੋ ਜਿਹੇ ਮੌਕੇ ਬਾਰ-ਬਾਰ ਥੋੜੀ ਲੱਭਣੇ ਆ। ਸਤਿਗੁਰੂ ਐਡੇ ਵੱਡੇ ਮਾਲਕ ਨੇ, ਮਹਾਰਾਜ ਸੱਦ ਰਹੇ ਆ, ਮੁੜ ਪਤਾ ਨਹੀਂ ਦਰਸ਼ਨ ਹੋਣ ਨਾ ਹੋਣ। ਸੰਗਤਾਂ ਵੀ ਚੱਲ ਕੇ ਉੱਥੇ ਪਹੁੰਚ ਗਈਆਂ ਹਨ। ਸਭ ਸੋਂ ਊਚ ਉਚਾਰ ਸੁਨਾਇਓ, ਮਹਾਰਾਜ ਸਤਿਗੁਰੂ ਉੱਚੀ ਬੋਲ ਕੇ ਸਾਰਿਆਂ ਨੂੰ ਬਚਨ ਸੁਣਾਉਣ ਲੱਗੇ ਤਾਂ ਕਿ ਕਿਸੇ ਨੂੰ ਕੋਈ ਭੁਲੇਖਾ ਨਾ ਰਹਿ ਜਾਵੇ। ਉੱਚੀ ਬੋਲ ਕੇ ਮਹਾਰਾਜ ਬਚਨ ਕਰਨ ਲੱਗੇ। ਹਮ ਸੋ ਕਹੋ ਜਥਾ ਜਿਸ ਭਾਇਓ। ਮਹਾਰਾਜ ਛੇਵੇਂ ਪਾਤਸ਼ਾਹ ਉੱਚੀ ਕਹਿੰਦੇ। ਮਹਾਰਾਜ ਦੀ ਆਵਾਜ਼ ਬੜੀ ਬੇਸ ਵਾਲੀ ਸੀ, ਮੋਟੀ ਸੀ ਆਵਾਜ਼, ਗੱਜਵੀਂ ਸੀ ਆਵਾਜ਼। ਮਹਾਰਾਜ ਕਹਿਣ ਲੱਗੇ, ਭਾਈ ਗੁਰਸਿੱਖੋ, ਸਾਨੂੰ ਦੱਸ ਦਿਓ ਜੇ ਕਿਸੇ ਦੀ ਕੋਈ ਇੱਛਾ ਰਹਿ ਗਈ ਹੈ ਤੇ ਜੋ ਤੁਹਾਡੇ ਮਨ ਵਿੱਚ ਚੱਲ ਰਿਹਾ ਸਾਨੂੰ ਦੱਸ ਦਿਓ। ਕਹਿਣ ਲੱਗੇ, ਹੁਣ ਹੀ ਸਮਾਂ ਹੈ, ਹਮਰੀ ਤਿਆਰੀ ਹੈ ਪਰਲੋਕ। ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਸਾਡੀ ਤਿਆਰੀ 'ਚ। ਕਹਿਣ ਲੱਗੇ, ਪਰਲੋਕ ਜਾਵਣ ਦੀ, ਸੱਚਖੰਡ ਜਾਵਣ ਦੀ ਸਾਡੀ ਪੂਰੀ ਤਿਆਰੀ ਹੈ। ਧਰੋ ਆਨੰਦ ਨਾ ਕੀਜੈ ਸ਼ੋਕ। ਮਹਾਰਾਜ ਕਹਿਣ ਲੱਗੇ, ਸ਼ੋਕ ਨਾ ਕਰਿਓ, ਅਫਸੋਸ ਨਾ ਕਰਿਓ, ਆਨੰਦ ਹੀ ਧਾਰਨ ਕਰਿਓ। ਸਤਿਗੁਰੂ ਕਹਿਣ ਲੱਗੇ, ਕਿਉਂਕਿ ਮਹਾਰਾਜ ਤਾਂ ਗੁਰੂ ਸਾਹਿਬ ਦੀ ਬਾਰੇ ਅਵਸਥਾ ਸਾਡੇ ਤੁੱਛ ਜੀਵ ਜਿਹੜੇ ਉਹ ਬਿਆਨ ਨਹੀਂ ਕਰ ਸਕਦੇ। ਵੀ ਮਹਾਰਾਜ ਤਾਂ ਆਪਣੇ ਘਰ ਚੱਲੇ ਆ। ਹਾਂਜੀ, ਸੁਨਤ ਸਭਿਨ ਕੇ ਮਨ ਮੁਰਝਾਏ। ਜਦੋਂ ਸਾਰਿਆਂ ਨੇ ਬਚਨ ਸੁਣਿਆ ਨਾ, ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਸਾਡਾ ਤਿਆਰਾ ਭਾਈ ਸੱਚਖੰਡ ਜਾਣ ਦਾ, ਤੇ ਗੁਰਮੁਖੋ ਗੁਰਸਿੱਖਾਂ ਦੇ ਮਨ ਮੁਰਝਾ ਗਏ ਜੀ। ਪਤਾ ਕਿਉਂ? ਕਿਉਂਕਿ ਸਤਿਗੁਰਾਂ ਤੋਂ ਵਿਛੜਨ ਨੂੰ ਜੀ ਨਹੀਂ ਕਰਦਾ। ਇਹ ਅਸਹਿ ਵਿਛੋੜਾ ਹੈ। ਇਹੋ ਵਿਛੋੜਾ ਸਹਿਆ ਨਾ ਜਾਏ, ਇਹੋ ਵਿਛੋੜਾ ਸਹਿਆ ਨਾ ਜਾਏ। ਬੋਲੋ, ਇਹੋ ਵਿਛੋੜਾ ਸਹਿਆ ਨਾ ਜਾਏ, ਇਹੋ ਸਹਿਆ ਨਾ।
ਸਤਿਗੁਰ ਮਿਲੈ ਤਾਂ ਮਿਲੈ ਸੁਭਾਏ, ਇਹੋ ਵਿਛੋੜਾ ਸਹਿਆ ਨਾ ਜਾਏ। ਜਦੋਂ ਮਹਾਰਾਜ ਨੇ ਬਚਨ ਕੀਤਾ ਨਾ ਵੀ ਅਸੀਂ ਸਰੀਰ ਤਿਆਗ ਦੇਣਾ, ਐਨ ਸਾਧ ਸੰਗਤ ਜੀ ਸਾਰਿਆਂ ਦੇ ਚਿਹਰੇ ਜਿਹੜੇ ਸੀ ਉਹ ਮੁਰਝਾ ਗਏ। ਹਾਂਜੀ, ਸ਼ੀਗਰ ਬਿਲੋਚਨ ਜਲ ਪਰ ਆਏ। ਬਸ ਸੁਣਨ ਦੀ ਦੇਰੀ ਸੀ ਗੁਰਮੁਖੋ। ਗੁਰਸਿੱਖਾਂ ਦੇ ਪਿਆਰਿਆਂ ਦੇ ਨੇਤਰਾਂ ਵਿੱਚ, ਅੱਖਾਂ ਦੇ ਵਿੱਚ ਪਾਣੀ ਭਰ ਆਇਆ ਜੀ, ਵੀ ਇਹ ਮਹਾਰਾਜ ਕਿਹੜਾ ਬਚਨ ਕਰਨ ਲਏ। ਹਾਂਜੀ, ਬਦਨ ਸਦਨ ਦੁਤ ਜਿਮ ਅਰਬਿੰਦ। ਹਾਂਜੀ, ਕਰੇ ਪ੍ਰੇਮ ਕੋ ਹੇਰਤ ਬ੍ਰਿੰਦ। ਮਹਾਰਾਜ ਦੇ ਚਿਹਰੇ ਦੇ ਦਰਸ਼ਨ ਕਰਨ ਦੇ ਆ। ਸਤਿਗੁਰਾਂ ਦਾ ਚਿਹਰਾ ਐਨ ਕਮਲ ਦੇ ਫੁੱਲ ਵਾਂਗੂ ਖਿੜਿਆ ਪਿਆ ਹੈ, ਪਰ ਸਾਰੇ ਸਿੱਖਾਂ ਦਾ ਚਿਹਰਾ ਮੁਰਝਾ ਗਿਆ ਹੈ। ਬੜੇ ਪਿਆਰ ਨਾਲ ਗੁਰਸਿੱਖ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੱਕਣ ਲੱਗੇ, ਮਹਾਰਾਜ ਦੇ ਦਰਸ਼ਨ ਕਰਨ ਲੱਗੇ ਹਨ। ਬੋਲਨ ਕੇ ਸਮਰੱਥ ਨਹਿ ਹੋਏ। ਸਨਾਟਾ ਛਾ ਗਿਆ ਪੰਡਾਲ ਦੇ ਵਿੱਚ, ਕੋਈ ਬੋਲ ਨਹੀਂ ਸੀ ਰਿਹਾ। ਗੱਚ ਭਰ ਗਏ ਆ ਸਾਰਿਆਂ ਦੇ, ਬੋਲਿਆ ਨਹੀਂ ਜਾਂਦਾ, ਬੋਲਣ ਦੀ ਸਮਰੱਥਾ ਨਹੀਂ ਹੈਗੀ ਗੁਰਮੁਖੋ। ਕੀ ਬੋਲੀਏ ਅਸੀਂ ਆਪਣੇ ਸਤਿਗੁਰਾਂ ਨੂੰ। ਹਾਂਜੀ, ਇਕ ਟਕ ਗੁਰ ਸਰੂਪ ਕਹੋ ਜੋਏ। ਬਸ ਇੱਕ ਟੱਕ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੀ ਕਰੀ ਜਾ ਰਹੇ ਆ, ਦਰਸ਼ਨ ਹੀ ਕਰੀ ਜਾ ਰਹੇ ਆ। ਮੁੱਖੋਂ ਕੋਈ ਬੋਲ ਨਹੀਂ ਰਿਹਾ, ਸਾਰੀ ਸਭਾ ਵਿੱਚ ਸਨਾਟਾ ਛਾ ਗਿਆ ਹੈ। ਥਿਰੇ ਹਜ਼ਾरों ਤੂਸ਼ਨ ਧਾਰੇ। ਹਜ਼ਾਰਾਂ ਸਿੱਖ ਬੈਠੇ ਐ, ਪਰ ਗੁਰਮੁਖੋ ਕਿਸੇ ਦੀ ਆਵਾਜ਼ ਨਹੀਂ ਆ ਰਹੀ, ਸਾਹ ਲੈਣ ਤੱਕ ਦੀ ਆਵਾਜ਼ ਨਹੀਂ ਸੀ ਆ ਰਹੀ। ਨੇਤਰਾਂ 'ਚ ਜਲ ਚੱਲ ਰਹੇ ਐ, ਹਿਰਦੇ ਵਿਆਕੁਲ ਨੇ, ਵਿਛੋੜੇ ਦੇ ਦੁੱਖ ਵਿੱਚ ਭਰ ਗਏ ਐ, ਪਰ ਸਾਰੇ ਚੁੱਪ ਬੈਠੇ ਹਨ। ਬਿਸਮਤ ਹਿਰਦੇ ਕਸ਼ਟ ਜਿਨ ਭਾਰੇ। ਬਹੁਤਾ ਹੀ ਕਸ਼ਟ ਮਿਲਿਆ ਮਹਾਰਾਜ ਦੇ ਮੁਖੋਂ ਇਹ ਸੁਣ ਕੇ ਵੀ ਸਾਡਾ ਤਿਆਰਾ ਹੋ ਗਿਆ ਭਾਈ। ਗੁਰਮੁਖੋ ਸੰਸਾਰੀ ਬੰਦਾ ਨਖਿੱਧ ਵੀ ਹੋਵੇ, ਉਹਦੇ ਨਾਲ ਵੀ ਪਿਆਰ ਪੈਦਾ ਹੋ ਜਾਂਦਾ। ਇਹ ਤੇ ਖੁਦ ਗੁਣਾਂ ਦੇ ਭੰਡਾਰ ਮਾਲਕ ਸਤਿਗੁਰੂ ਆਪ ਨੇ ਛੇਵੇਂ ਪਾਤਸ਼ਾਹ, ਕਿਉਂ ਨਹੀਂ ਪਿਆਰ ਹੋਏਗਾ। ਹਾਂਜੀ, ਸਭ ਦਿਸ਼ ਦੇਖ ਬਹੁਰ ਗੁਰ ਕਹਿਓ। ਮਹਾਰਾਜ ਸਤਿਗੁਰਾਂ ਨੇ ਸਾਰਿਆਂ ਵੱਲ ਵੇਖਿਆ ਜੀ। ਹਜ਼ਾਰਾਂ ਸੰਗਤਾਂ ਬੈਠੀਆਂ ਨੇ, ਕੱਲੇ ਕੱਲੇ ਦਾ ਚਿਹਰਾ ਗੁਰੂ ਹਰਗੋਬਿੰਦ ਸਾਹਿਬ ਵੇਖ ਰਹੇ ਆ, ਕਿਉਂਕਿ ਕੱਲੇ ਕੱਲੇ ਦੇ ਚਿਹਰੇ ਤੇ ਬੈਰਾਗ ਹੈ ਸਾਧ ਸੰਗਤ ਜੀ। ਮਹਾਰਾਜ ਸਤਿਗੁਰੂ ਵੇਖ ਰਹੇ ਆ ਸਾਰਿਆਂ ਵੱਲ। ਫਿਰ ਪੜਿਓ, ਸਭ ਦਿਸ਼ ਦੇਖ ਬਹੁਰ ਗੁਰ ਕਹਿਓ। ਕੱਲੇ ਕੱਲੇ ਆਪਣੇ ਪਿਆਰੇ ਸਿੱਖ ਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਫਿਰ ਮੁਖੋਂ ਬਚਨ ਕਰਨ ਲੱਗੇ ਹਨ। ਇਸ ਮਹਿ ਕਿਆ ਅਚਰਜ ਤੁਮ ਲਹਿਓ। ਮਹਾਰਾਜ ਕਹਿੰਦੇ ਗੁਰਸਿੱਖੋ ਕਿਉਂ ਬੈਰਾਗ ਕਰ ਰਹੇ ਹੋ, ਇਹਦੇ 'ਚ ਕੀ ਅਚਰਜ ਹੈ। ਸਰੀਰ ਤਿਆਗਣ ਵਿੱਚ ਕਿਹੜਾ ਇੱਕ ਕੰਮ ਹੈ ਜਿਹੜਾ ਅੱਗੇ ਨਹੀਂ ਹੋਇਆ, ਕਹਿਣ ਲੱਗੇ। ਹਾਂਜੀ, ਸਲਤਾ ਸਾਮ ਜਗ ਕੋ ਪਰਵਾਹ। ਮਹਾਰਾਜ ਗੁਰਸਿੱਖਾਂ ਨੂੰ ਕਹਿਣ ਲੱਗੇ, ਸਿੱਖੋ ਇਹ ਸੰਸਾਰ ਹੈ, ਜਿਵੇਂ ਨਦੀ ਦਾ ਪ੍ਰਵਾਹ ਹੁੰਦਾ ਹੈ ਨਾ, ਇੱਕ ਰਸ ਚੱਲਦੀ ਹੈ, ਪਾਣੀ ਤੁਰੀ ਜਾਂਦਾ ਹੈ। ਹਾਂਜੀ, ਥਿਰਹਿ ਨ ਕੋ ਸਭ ਚੱਲ ਜਾਹਾ। ਹਾਂ, ਪਾਣੀ ਇੱਕ ਵਾਰੀ ਲੰਘ ਗਿਆ, ਲੰਘ ਗਿਆ। ਮਹਾਰਾਜ ਕਹਿਣ ਲੱਗੇ ਪਾਣੀ ਟਿਕਿਆ ਥੋੜ੍ਹੀ ਰਹਿੰਦਾ, ਨਦੀ ਜਿਹੜੀ ਚੱਲਦੀ ਉਹਦੇ 'ਚ ਪਾਣੀ ਖਲੋਤਾ ਨਹੀਂ ਰਹਿੰਦਾ, ਤੁਰਦਾ ਹੀ ਰਹਿੰਦਾ। ਇਹ ਜਗਤ ਹੈ ਗੁਰਮੁਖੋ, ਇੱਥੇ ਕੋਈ ਖਲੋਤਾ ਨਹੀਂ ਰਹਿੰਦਾ, ਦੁਨੀਆ ਦਾ ਦਸਤੂਰ ਹੈ, ਇੱਥੇ ਕੰਮ ਚੱਲਦਾ ਹੀ ਰਹਿੰਦਾ ਹੈ। ਇਹ ਪਰਮੇਸ਼ਰ ਦਾ ਹੁਕਮ ਹੈ। ਹੁਕਮੇ ਜੰਮਣ
ਹੁਕਮੇ ਮਰਣਾ ਹੁਕਮੇ ਜੰਮਣ ਹੁਕਮੇ ਮਰਣਾ ਹੁਕਮੇ ਜੰਮਣ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਹੁਕਮ ਹੈ। ਇੱਥੇ ਕੋਈ ਸਦਾ ਥਿਰ ਨਹੀਂ ਰਿਹਾ। ਜੇ ਅਨਹੋਤ ਹੋਤ ਕੋ ਹੀਰੋ। ਮਹਾਰਾਜ ਕਹਿੰਦੇ ਜੇ ਕੋਈ ਅਣਹੋਇਆ ਕੰਮ ਤੁਸੀਂ ਵੇਖੋ ਵੀ ਇਹ ਅੱਗੇ ਹੋਇਆ ਹੀ ਨਹੀਂ ਕਦੀ, ਜੋ ਹੁਣ ਹੋਣ ਲੱਗਾ ਹੈ। ਹਾਂਜੀ, ਉਚਿਤ ਸੋਚ ਬੋ ਲਖੋ ਵਡੇਰੋ। ਫੇਰ ਤਾਂ ਮੰਨੀਏ ਵੀ ਬੜਾ ਸੋਗ ਹੈ, ਬੜੀ ਚਿੰਤਾ ਹੈ, ਪਰ ਇਹ ਸਾਰਾ ਕੁਝ ਤਾਂ ਆਦਿ ਕਾਲ ਤੋਂ ਹੁੰਦਾ ਆ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਹਾਂਜੀ, ਇਹ ਤੋ ਸਦਾ ਹੋਤ ਹੀ ਆਈ। ਮਹਾਰਾਜ ਕਹਿਣ ਲੱਗੇ ਸਰੀਰ ਤਿਆਗਣ ਦੀ ਕਿਰਿਆ ਤਾਂ ਸਦਾ ਹੀ ਹੁੰਦੀ ਆਈ। ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਹਾਂਜੀ, ਕਰੋ ਵਿਚਾਰਨ ਥਿਰ ਕਹਿ ਪਾਈ। ਸੋ ਵਿਚਾਰ ਕਰੋ। ਮਹਾਰਾਜ ਕਹਿਣ ਲੱਗੇ ਇੱਥੇ ਸਥਿਰਤਾ ਕਿੰਨੇ ਪਾਈ ਹੈ? ਇੱਥੇ ਪੱਕਾ ਕੌਣ ਰਿਹਾ ਹੈ? ਸਰੀਰ ਨਹੀਂ ਸਦਾ ਰਹਿੰਦਾ। ਮਹਾ ਸਮਰੱਥ ਬੁੱਧ ਬਲ ਕੇਰੇ। ਬੜੀ ਬੜੀ ਸਮਰੱਥਾ ਵਾਲੇ, ਬੜੀ ਬੜੀ ਬੁੱਧੀ ਵਾਲੇ ਔਰ ਬੜੀ ਬੜੀ ਤਾਕਤ ਵਾਲੇ, ਥਿਰਿਓ ਨਾ ਜਗ ਕੋ ਭਏ ਕਨੇਰੇ। ਮਹਾਰਾਜ ਕਹਿੰਦੇ ਕੋਈ ਵੀ ਇੱਥੇ ਪੱਕਾ ਨਹੀਂ ਰਿਹਾ। ਇੱਥੇ ਸਭ ਨੇ ਜਾਣਾ ਹੈ ਗੁਰਮੁਖੋ, ਇਹ ਸਰਾਂ ਹੈ ਸੰਸਾਰ। ਰਹਿਣ ਨਾ ਕੋ ਪਈ ਹੈ ਰੇ। ਹਾਂਜੀ, ਜਾਂਤੇ ਕਹੋ ਸੋ ਨਿਜ ਨਿਜ ਕਾਂਖਾ। ਇਸ ਕਰਕੇ ਪਿਆਰਿਓ ਵਿਰਾਗ ਨਾ ਕਰੋ, ਆਪਣੀ ਆਪਣੀ ਇੱਛਾ ਦੱਸ ਦਿਓ। ਫਿਰ ਨਾ ਕਿ ਉਹ ਦੱਸ ਕੇ ਨਹੀਂ ਗਏ ਮਹਾਰਾਜ। ਸਾਧ ਸੰਗਤ ਜੀ, ਸਤਿਗੁਰੂ ਤਾਂ ਬੜੇ ਹੀ ਵੱਡੇ ਨੇ, ਬੜੇ ਹੀ ਵੱਡੇ ਹੈ। ਗੁਰੂ ਸਾਹਿਬ ਦੇ ਸਿੱਖਾਂ ਨੇ ਇਹ ਚੋਜ ਵਰਤਾਏ ਹੈ। ਹਰਿਆਣੇ ਦੇ ਵਿੱਚ ਇੱਕ ਗੁਰਮੁਖ ਪਿਆਰੇ ਹੋਏ, ਉਹਨਾਂ ਦਾ ਨਾਮ ਬਾਬਾ ਸਾਵਣ ਸਿੰਘ ਜੀ ਸੀ। ਉਹਨਾਂ ਦੇ ਜਿੰਨੇ ਸੰਗੀ ਸਾਥੀ ਸਨ, ਉਹਨਾਂ ਨੇ ਆਪ ਕਹਿ ਦਿੱਤਾ ਸੀ ਭਾਈ ਇੰਨੀ ਤਰੀਕ ਨੂੰ ਅਸੀਂ ਸਰੀਰ ਤਿਆਗਣਾ। ਜਿਹਦੇ ਮਨ ਵਿੱਚ ਕਿਸੇ ਵੀ ਤਰ੍ਹਾਂ ਦਾ ਸ਼ੰਕਾ ਹੈ ਉਹ ਸਾਨੂੰ ਪੁੱਛ ਲਵੇ, ਮੁੜਨਾ ਕਿ ਉਹ ਸਾਨੂੰ ਦੱਸਿਆ ਨਹੀਂ ਸੀ। ਤੇ ਜੇ ਸਿੱਖ ਇਹੋ ਜਿਹੇ ਕੰਮ ਕਰ ਸਕਦੇ ਐ ਤੇ ਗੁਰਦੇਵ ਜੀ ਤਾਂ ਬਹੁਤ ਵੱਡੇ ਹਨ, ਗੁਰੂ ਹਰਗੋਬਿੰਦ ਸਾਹਿਬ ਜੀ। ਮਹਾਰਾਜ ਸਤਿਗੁਰੂ ਕਹਿਣ ਲੱਗੇ ਪਿਆਰਿਓ ਦੱਸ ਦੋ, ਜੋ ਜਿਹਦੇ ਜਿਹਦੇ ਮਨ ਵਿੱਚ ਇੱਛਾ ਹੈ। ਅੰਤ ਸਮਾਹਮ ਆਪਨੋ ਭਾਖਾ। ਅਸੀਂ ਤੁਹਾਨੂੰ ਦੱਸ ਦਿੱਤਾ ਹੈ ਵੀ ਇਹ ਸਾਡਾ ਅੰਤਮ ਸਮਾਂ ਹੈ। ਹਾਂਜੀ, ਸ੍ਰੀ ਹਰਿ ਰਾਏ ਸੰਗ ਪੁਨ ਕਹਿਓ। ਸਾਰੇ ਚੁੱਪ ਬੈਠੇ ਹੈ, ਗੱਚ ਭਰਿਆ ਪਿਆ, ਬੋਲਿਆ ਨਹੀਂ ਜਾਂਦਾ, ਬੈਰਾਗ ਹੈ। ਗੁਰੂ ਹਰਿ ਰਾਏ ਸਾਹਿਬ ਜੀ ਬੈਠੇ ਹੈ। ਉਹਨਾਂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਬਚਨ ਕਰਨ ਲੱਗੇ ਹਨ। ਜਥਾ ਜੋਗ ਕਰਬੋ ਜਿਮ ਲਹਿਓ। ਹਾਂਜੀ, ਸੋ ਤੁਮ ਕਰਹੁ ਸਦਾ ਉਪਦੇਸ਼। ਕਾਟੋ ਸਿੱਖਿਅਨ ਕੀਰ ਕਲੇਸ਼। ਮਹਾਰਾਜ ਕਹਿਣ ਲੱਗੇ ਹਰਿ ਰਾਏ ਜੀ ਤੁਸੀਂ ਹੁਣ ਗੁਰੂ ਮਰਜ਼ਾਦਾ ਸਾਰੀ ਪੂਰੀ ਰੱਖਣੀ ਹੈ। ਗੁਰਸਿੱਖਾਂ ਨੂੰ ਉਪਦੇਸ਼ ਦੇਣਾ, ਨਾਮ ਦਾ ਉਪਦੇਸ਼ ਦੇਣਾ। ਇਹਨਾਂ ਦੇ ਦੁੱਖ ਅੱਜ ਤੋਂ ਤੁਸੀਂ ਕੱਟਣੇ ਹੈ। ਹਾਂਜੀ, ਹਮ ਸਮ ਜਾਗੋ ਪਾਛਲ ਰਾਤੀ। ਜਿਵੇਂ ਅਸੀਂ ਅੰਮ੍ਰਿਤ ਵੇਲੇ ਜਾਗਦੇ ਹਾਂ ਪਿਛਲ ਪਹਿਰ ਰਾਤ, ਅੱਜ ਤੋਂ ਤੁਸਾਂ ਵੀ ਇਉਂ ਹੀ ਜਾਗਣਾ, ਕਿਉਂਕਿ ਸਾਰਾ ਕੰਮ ਤਾਂ ਸਵੇਰੇ ਉੱਠਣ ਤੋਂ ਹੀ ਹੁੰਦਾ ਨਾ ਸ਼ੁਰੂ ਜੀ। ਹਾਂਜੀ, ਸ਼ੌਚ ਇਸ਼ਨਾਨ ਕਰੋ ਤਿਸ ਭਾਂਤੀ। ਸਾਡੇ ਵਾਂਗ ਹੀ ਸ਼ੌਚ ਇਸ਼ਨਾਨ ਕਰਨਾ ਹੈ। ਸਾਧ ਸੰਗਤ ਜੀ, ਗੁਰੂ ਹਰਿ ਰਾਏ ਸਾਹਿਬ ਜੀ ਨੇ ਇਹ ਮਰਿਆਦਾ ਰੱਖੀ। 101 ਘੜੇ ਜਲ ਦੇ ਨਾਲ ਸਤਿਗੁਰੂ ਜੀ ਫਿਰ ਇਸ਼ਨਾਨ ਕਰਿਆ ਕਰਦੇ ਸਨ। 101 ਘੜੇ ਦੇ ਨਾਲ। ਅੱਗੇ ਕਥਾ ਆਏਗੀ ਸਤਿਗੁਰਾਂ ਦੀ। ਹਾਂਜੀ, ਆਤਮ ਗਿਆਨ ਹਿਰਦੇ ਮਹਿ ਰਾਖਨ। ਹਾਂਜੀ,
ਭਗਤ ਉਪਾਸਨ ਕੀਜੇ ਭਾਖਨ। ਮਹਾਰਾਜ ਕਹਿਣ ਲੱਗੇ ਆਤਮ ਗਿਆਨ, ਆਪਣੇ ਮਨ ਵਿੱਚ ਬ੍ਰਹਮ ਗਿਆਨ ਨੂੰ ਟਿਕਾ ਕੇ ਜਿੱਥੇ ਤੁਸੀਂ ਰੱਖਣਾ ਹੈ, ਉੱਥੇ ਭਗਤੀ ਦਾ, ਉਪਾਸਨਾ ਦਾ ਤੇ ਗਿਆਨ ਦਾ ਉਪਦੇਸ਼ ਵੀ ਤੁਸੀਂ ਦੇਣਾ ਹੈ। ਤੁਹਾਡੀ ਜ਼ਿੰਮੇਵਾਰੀ ਹੈ, ਮਹਾਰਾਜ ਕਹਿਣ ਲੱਗੇ। ਹਾਂਜੀ, ਜਿਸ ਤੇ ਹੋਏ ਮਿਰਜਾਦ ਭਲੇਰੀ। ਮਰਿਆਦਾ ਪੂਰੀ ਰੱਖਣੀ ਹੈ ਆਪਣੀ, ਹਰ ਕੰਮ ਵਿੱਚ ਸੁਚੇਤ ਰਹਿਣਾ ਹੈ। ਸੋ ਕਰਤੂਤ ਉਚਿਤ ਹੈ ਤੇਰੀ। ਮਹਾਰਾਜ ਕਹਿੰਦੇ ਤੁਹਾਨੂੰ ਉਹ ਕੰਮ ਕਰਨਾ ਬਣ ਆਉਂਦਾ ਹੈ ਜਿਸ ਕੰਮ ਕਰਨ ਵਿੱਚ ਮਰਜ਼ਾਦਾ ਪੂਰੀ ਰਵੇ। ਕਿਉਂਕਿ ਗੁਰੂ ਸਾਹਿਬ ਤੋਂ ਸਿੱਖਣਾ ਹੈ ਨਾ ਸਾਰਿਆਂ ਨੇ। ਠੰਡ ਹੋਵੇ, ਗਰਮੀਆਂ ਹੋਵੇ, ਫਿਰ 101 ਘੜੇ ਦੇ ਨਾਲ ਮਹਾਰਾਜ ਇਸ਼ਨਾਨ ਕਰਿਆ ਕਰਦੇ ਜੀ। ਹਾਂਜੀ, ਅਪਰ ਜੇ ਬੂਜਨ ਕਉ ਕੁਛ ਚਾਹੋ। ਮਹਾਰਾਜ ਕਹਿਣ ਲੱਗੇ ਹਰ ਰਾਏ ਜੀ, ਇਹ ਬਚਨ ਸਾਡੇ ਅੰਤਮ ਬਚਨ ਨੇ। ਜੇ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਨਾ ਸਾਨੂੰ, ਹਾਂਜੀ, ਮਨ ਕੀ ਬਾਤ ਕਹੋ ਹਮ ਪਾਹੋ। ਆਪਣੇ ਮਨ ਦੀ ਗੱਲ ਸਾਨੂੰ ਦੱਸ ਦਿਓ। ਕਹਿਣ ਲੱਗੇ ਦੱਸ ਦਿਓ ਆਪਣੇ ਮਨ ਦੀ ਗੱਲ, ਕਿਤੇ ਮਨ ਦੇ ਵਿੱਚ ਨਾ ਗੱਲ ਰੱਖਿਓ ਕੋਈ। ਹਾਂਜੀ, ਧਰੋ ਧੀਰ ਅਬ ਸ਼ੋਕ ਨ ਕਰੀਏ। ਹਾਂ, ਮਹਾਰਾਜ ਕਹਿੰਦੇ ਧੀਰਜ ਰੱਖਿਓ। ਸਾਡੇ ਵੱਲੋਂ ਕਦੀ ਵੀ ਸ਼ੋਕ ਨਹੀਂ ਰੱਖਣਾ ਵੀ ਸ਼ਾਇਦ ਅਸੀਂ ਕਿਤੇ ਚਲੇ ਗਏ ਆ। ਮਨ ਨਹੀਂ ਉਦਾਸ ਕਰਨਾ, ਅਸੀਂ ਤੁਹਾਡੇ ਨਾਲ ਆ। ਕਹਿਣ ਲੱਗੇ ਹਾਂਜੀ, ਸੰਗਤ ਸਹਿਤ ਮਸੰਦ ਸੰਭਰੀਏ। ਅੱਜ ਤੋਂ ਸਾਡੀਆਂ ਸੰਗਤਾਂ ਵੀ ਤੁਸਾਂ ਹੀ ਸਾਂਭਣੀਆਂ ਤੇ ਮਸੰਦਾਂ ਦਾ ਵੀ ਤੁਸਾਂ ਹੀ ਧਿਆਨ ਰੱਖਣਾ। ਸਾਧ ਸੰਗਤ ਜੀ, ਸਾਡੇ ਗੁਰੂ ਜੀ ਸਾਡਾ ਇਵੇਂ ਧਿਆਨ ਰੱਖਦੇ ਜਿਵੇਂ ਮਾਂ ਬੱਚਿਆਂ ਦਾ ਧਿਆਨ ਰੱਖਦੀ ਹੈ। ਇਸ ਤਰ੍ਹਾਂ ਮਹਾਰਾਜ ਸਾਡਾ ਧਿਆਨ ਰੱਖਦੇ ਸਤਿਗੁਰੂ, ਜਿਵੇਂ ਮਾਂ ਆਪਣੇ ਪੁੱਤ ਦਾ, ਆਪਣੀ ਧੀ ਦਾ ਧਿਆਨ ਰੱਖਦੀ ਹੈ। ਚੁੱਪ ਹੈ, ਸੰਨਾਟਾ ਛਾਇਆ ਪਿਆ। ਮਹਾਰਾਜ ਹਰਿ ਰਾਏ ਸਾਹਿਬ ਜੀ ਨੂੰ ਬਚਨ ਕਰ ਰਹੇ ਹੈ। ਕਹਿੰਦੇ ਵੇਖਿਓ ਕਿਤੇ ਸੰਗਤ ਨੂੰ ਸਦਾ ਹੀ ਆਪਣਾ ਅੰਗੀਕਾਰ ਰੱਖਣਾ, ਤੁਸਾਂ ਸੰਗਤ ਦਾ ਸਦਾ ਹੀ ਮਾਣ ਰੱਖਣਾ, ਸਤਿਕਾਰ ਰੱਖਣਾ ਹੈ। ਵਰਤੋ ਜਥਾ ਜੋਗ ਸਭ ਸੰਗ। ਹਾਂਜੀ, ਮਮ ਸਮਾਨ ਹੈ ਤੇਰੋ ਅੰਗ। ਮਹਾਰਾਜ ਕਹਿਣ ਲੱਗੇ ਜਥਾ ਜੋਗ ਮਰਿਆਦਾ ਅਨੁਸਾਰ ਸੰਗਤ ਦੀ ਬੇਨਤੀ ਵੀ ਸੁਣਨੀ ਹੈ, ਸੰਗਤ ਦੇ ਕਾਰਜ ਵੀ ਕਰਨੇ ਹੈ। ਹਰਿ ਰਾਏ ਸਾਹਿਬ, ਗੁਰੂ ਨਾਨਕ ਦੀ ਸੰਗਤ ਅੱਜ ਤੋਂ ਤੁਹਾਡੇ ਸਰੀਰ ਦਾ ਅੰਗ ਹੈ, ਅੰਗ। ਗੁਰਮੁਖੋ, ਕੋਈ ਕਿਤੋਂ ਆਇਆ, ਕੋਈ ਕਿਤੋਂ ਆਇਆ ਹਰਿਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ। ਆਪਣੇ ਸਰੀਰ ਦੇ ਅੰਗ ਤੁਸੀਂ ਆਪਣੇ ਘਰ ਥੋੜ੍ਹੀ ਛੱਡ ਕੇ ਆਏ ਹੋ। ਸਾਡੇ ਅੰਗ ਸਾਡੇ ਨਾਲ ਆਏ ਆ ਨਾ, ਪਾਰਟ ਆਫ ਬਾਡੀ, ਸਰੀਰ ਦੇ ਅੰਗ। ਗੁਰੂ ਹਰਿ ਰਾਏ ਸਾਹਿਬ ਨੂੰ ਛੇਵੇਂ ਪਾਤਸ਼ਾਹ ਕਹਿ ਰਹੇ ਹੈ, ਗੁਰੂ ਨਾਨਕ ਸਾਹਿਬ ਦੀ ਸੰਗਤ ਤੁਹਾਡੇ ਸਰੀਰ ਦਾ ਅੰਗ ਹੈ। ਜਿਵੇਂ ਇੱਕ ਬੰਦਾ ਆਪਣੇ ਸਰੀਰ ਦੇ ਅੰਗ ਨਹੀਂ ਨਾ ਛੱਡ ਸਕਦਾ ਕਿਤੇ, ਉਵੇਂ ਮਹਾਰਾਜ ਕਹਿੰਦੇ ਤੁਸੀਂ ਗੁਰੂ ਕੀ ਸੰਗਤ ਨਹੀਂ ਛੱਡਣੀ ਕਦੀ ਵੀ। ਹਾਂਜੀ, ਸੁਨਤ ਪਿਤਾਮੇ ਕੀ ਸ਼ੁਭ ਬਾਣੀ। ਆਪਣੇ ਦਾਦਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਸਤਵੇਂ ਪਾਤਸ਼ਾਹ ਨੇ ਸੁਣੇ। ਸ਼੍ਰੀ ਹਰਿ ਰਾਏ ਸੋ ਬਿਨੈ ਬਖਾਨੀ। ਤੇ ਗੁਰੂ ਹਰਿ ਰਾਏ ਸਾਹਿਬ ਜੀ ਨੇ ਬੇਨਤੀ ਕੀਤੀ। ਸਾਧ ਸੰਗਤ ਜੀ, ਸਾਰਾ ਪੰਡਾਲ ਬੈਰਾਗ ਨਾਲ ਭਰਿਆ ਪਿਆ। ਗੁਰੂ ਹਰਿ ਰਾਏ ਸਾਹਿਬ ਜੀ ਨੂੰ ਮਹਾਰਾਜ ਨੇ ਜਦੋਂ ਆਖਿਆ, ਮਹਾਰਾਜ ਨੇ ਬੇਨਤੀ ਕੀਤੀ ਅੱਗੋਂ, ਤੁਰਕ ਮੁਲਖ ਪਤ ਸ਼ਤਰੂ ਹਮਾਰੇ। ਹਾਂਜੀ, ਸੈਨਾ ਕੋਸ਼ ਆਦ ਮਹਿ ਭਾਰੇ। ਸਤਿਗੁਰੂ ਜੀ, ਬਾਦਸ਼ਾਹ ਸਾਡਾ ਸ਼ਤਰੂ ਹੈ। ਬਾਦਸ਼ਾਹ ਸ਼ਤਰੂ ਪੁਣਾ ਕਰਦਾ ਹੈ, ਬਾਦਸ਼ਾਹ ਨਾਲ ਸਾਡੀ ਬਣਦੀ ਨਹੀਂ ਹੈ। ਉਹਦੇ ਕੋਲ ਵੱਡੀਆਂ ਸੈਨਾ ਨੇ, ਵੱਡਾ ਖਜ਼ਾਨਾ ਹੈ।
300 ਕਹਾਂ ਕਰਹਿ ਬਖਿਆਤੀ ਹਾਂਜੀ। ਕੌਣ ਸਥਾਨ ਬਨਹਿ ਰਿਪ ਘਾਤੀ। ਤੇ ਮਹਾਰਾਜ ਸਾਰਿਆਂ ਨੂੰ ਪਤਾ ਹੈ, ਆਪ ਜੀ ਨੇ ਸਾਨੂੰ ਫੌਜ ਰੱਖਣ ਦਾ ਹੁਕਮ ਕੀਤਾ। ਤੇ ਮਹਾਰਾਜ ਫਿਰ ਅਸੀਂ ਜੰਗ ਕਰੀਏ ਬਾਦਸ਼ਾਹ ਨਾਲ ਕਿ ਨਾ ਕਰੀਏ? ਜੇ ਬਾਦਸ਼ਾਹ ਸਾਡੇ ਤੇ ਹਮਲਾ ਕਰ ਦਵੇ, ਅਸੀਂ ਜੰਗ ਕਰਨੀ ਹੈ ਜਾਂ ਨਹੀਂ ਕਰਨੀ? ਇਸ ਪੁਰ ਬਸ ਕੈ ਅਪਰ ਸਥਾਨ। ਮਹਾਰਾਜ ਅਸੀਂ ਇਸੇ ਨਗਰ ਵਿੱਚ ਰਹੀਏ, ਕੀਰਤਪੁਰ ਸਾਹਿਬ ਵਿੱਚ ਹੀ ਰਹੀਏ, ਜਾਂ ਕਿਸੇ ਹੋਰ ਨਗਰ ਵਿੱਚ ਜਾਈਏ? ਮੈਨੂੰ ਮਾਫ ਕਰਿਓ, ਪਰ ਸੱਚਾਈ 'ਚ ਨਾ ਤੇ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ ਦੀ ਕਥਾ ਹੀ ਸੰਗਤਾਂ ਨੂੰ ਪਤਾ, ਬਹੁਤ ਘੱਟ ਪਤਾ। ਤੇ ਜਿੱਥੇ ਕਥਾ ਬਾਰੇ ਬਹੁਤ ਘੱਟ ਪਤਾ ਹੈ, ਉੱਥੇ ਕੀਰਤਪੁਰ ਸਾਹਿਬ ਜਾਂਦਾ ਵੀ ਕੋਈ ਕੋਈ ਹੈ ਸਾਧ ਸੰਗਤ ਜੀ। ਆਨੰਦਪੁਰ ਸਾਹਿਬ ਅਸੀਂ ਹੋ ਆਉਂਦੇ ਹਾਂ, ਪਰ 5 ਕਿਲੋਮੀਟਰ ਦੀ ਦੂਰੀ ਤੇ ਕੀਰਤਪੁਰ ਸਾਹਿਬ ਹੈ, ਉੱਥੇ ਨਹੀਂ ਜਾਂਦੇ ਅਸੀਂ। ਇਹ ਉਹ ਨਗਰੀ ਹੈ ਜਿੱਥੇ ਗੁਰੂ ਹਰ ਰਾਏ ਸਾਹਿਬ ਸਾਰੀ ਉਮਰ ਰਹੇ ਹੈ। ਸਾਡੇ 7ਵੇਂ ਗੁਰੂ ਜੀ ਗੁਰੂ ਹਰ ਰਾਏ ਸਾਹਿਬ ਆਪਣੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛ ਰਹੇ ਹੈ, ਮਹਾਰਾਜ ਮੈਂ ਕੀਰਤਪੁਰ ਸਾਹਿਬ ਛੱਡ ਦਈਏ ਜਾਂ ਕਿਤੇ ਹੋਰ ਜਾਈਏ ਜਾਂ ਇੱਥੇ ਰਹੀਏ? ਘਾਲੋਂ ਤੁਰਕਨ ਸੋ ਕਮਸਾਨ। ਘਾਲੋਂ ਤੁਰਕਨ ਸੋ ਕਮਸਾਨ। ਮਹਾਰਾਜ ਹੁਕਮ ਕਰੋ ਵੀ ਤੁਰਕਾਂ ਦੇ ਨਾਲ ਅਸੀਂ ਵੀ ਜੰਗ ਕਰਾਂਗੇ। ਆਪ ਜੀ ਨੇ ਤਾਂ 4 ਜੰਗ ਕੀਤੇ ਆ। ਕਰੋ ਲਥੇਰ ਪਥੇਰ ਵਿਸਾਲਾ। ਮਹਾਰਾਜ ਅਸੀਂ ਵੀ ਹੁਕਮ ਕਰੋ ਲਥੇਰ ਪਥੇਰ ਕਰੀਏ, ਤੁਰਕਾਂ ਨੂੰ ਪਾ ਦਈਏ ਲੰਮੇ ਮਹਾਰਾਜ। ਹਾਂਜੀ। ਪਰਹੇ ਜੰਗ ਰਿਪ ਹਤਹਿ ਕਰਾਲਾ। ਵੀ ਮਹਾਰਾਜ ਜੇ ਜੰਗ ਹੋਵੇ ਤਾਂ ਅਸੀਂ ਵੀ ਇਹਨਾਂ ਤੇ ਵਾਰ ਕਰੀਏ, ਅਸੀਂ ਵੀ ਤੁਰਕਾਂ ਨੂੰ ਮਾਰੀਏ? ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਦੱਸੋ। ਸੁਨਤ ਸਭਾ ਸਭ ਆਦਪੁਤ ਭਏ। ਸਾਰੀ ਸਭਾ ਨੇ, ਸਿੱਖਾਂ ਨੇ ਪਹਿਲੀ ਵਾਰੀ ਗੁਰੂ ਹਰ ਰਾਏ ਸਾਹਿਬ ਨੂੰ ਸਵਾਲ ਕਰਦਿਆਂ ਸੁਣਿਆ ਸੀ ਵੀ ਦੱਸੋ ਜੇ ਕਿਤੇ ਲੋੜ ਪਵੇ ਤੇ ਜੰਗ ਕਰ ਸਕਦੇ ਹਾਂ ਅਸੀਂ? ਕੀਰਤਪੁਰ ਸਾਹਿਬ ਰਹੀਏ ਕਿ ਕਿਤੇ ਹੋਰ ਰਹੀਏ? ਜਦੋਂ ਸਾਰੀਆਂ ਸੰਗਤਾਂ ਨੇ ਇਹ ਸਵਾਲ ਸੁਣਿਆ, ਦੇਖੋ ਕਹਾਂ ਸੁਮਤ ਇਨ ਥੀਏ। ਸਾਰੇ ਮਨ ਵਿੱਚ ਵਿਚਾਰ ਕਰਨ ਲੱਗੇ, ਵੇਖੋ 17 ਸਾਲਾਂ ਦੀ ਉਮਰ ਹੈ ਪਰ ਸੁਮਤ ਕਿੰਨੀ ਹੈ, ਸਿਆਣੇ ਕਿੰਨੇ ਆ। ਗੁਰਮੁਖੋ, ਗੁਰੂ ਨੂੰ ਪੁੱਛ ਕੇ ਚੱਲਣਾ ਬੜਾ ਵੱਡਾ ਗੁਣ ਹੈ। ਕਈ ਗੁਰਸਿੱਖ ਆਪਣੀ ਜ਼ਿੰਦਗੀ ਵਿੱਚ ਕੋਈ ਕੰਮ ਕਰਦੇ ਆ ਨਾ, ਜਦੋਂ ਉਹ ਪਹਿਲਾਂ ਮਹਾਰਾਜ ਦਾ ਹੁਕਮਨਾਮਾ ਲੈਂਦੇ ਆ, ਗੁਰੂ ਸਾਹਿਬ ਨੂੰ ਪੁੱਛ ਕੇ ਚੱਲਦੇ ਆ। ਮੈਂ ਆਪਣੇ ਵੇਖਣ ਵਿੱਚ ਇੱਕ ਤੁਹਾਨੂੰ ਗੱਲ ਦੱਸ ਦਿੰਦਾ। ਸਾਡੇ ਉੱਥੇ ਮਜੀਠਾ ਰੋਡ ਤੇ ਸਰਦਾਰ ਕੁਲਵੰਤ ਸਿੰਘ ਦੀ ਬੱਚੀ ਦਾ ਵਿਆਹ ਸੀ, ਤੇ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਬੱਚੀ ਦਾ ਟੇਵਾ ਜਿਹੜਾ ਸੀ ਉਹ ਕਿਸੇ ਜੋਤਸ਼ੀ ਨੂੰ ਵਿਖਾਤਾ। ਜੇ ਦਿੱਲੀ ਉਹਦਾ ਰਿਸ਼ਤਾ ਹੋਇਆ ਗੁੜਗਾਵਾਂ ਵਿੱਚ, ਉਹ ਜੋਤਸ਼ੀ ਕਹਿੰਦਾ ਵੀ ਇਹਨਾਂ ਦਾ ਮੇਲ ਨਹੀਂ ਬਣਨਾ, ਇਹ ਰਿਸ਼ਤਾ ਨਾ ਕਰੋ ਤੁਸੀਂ। ਹੁਣ ਗੁਰਸਿੱਖ ਜੋਤਿਸ਼ ਵਿਦਿਆ ਨੂੰ ਮੰਨਦੇ ਨਹੀਂ ਹੈ। ਗੁਰਸਿੱਖ ਕਿਹਨੂੰ ਮੰਨਦਾ? ਗੁਰਸਿੱਖ ਆਪਣੇ ਗੁਰੂ ਸਾਹਿਬ ਨੂੰ ਮੰਨਦਾ ਹੈ। ਉਹ ਮੈਨੂੰ ਕਹਿਣ ਲੱਗੇ, ਭਾਈ ਸਾਹਿਬ ਹੁਣ ਆਪਾਂ ਦੱਸੋ ਕਿਵੇਂ ਕਰਨਾ? ਆਪਾਂ ਕਿਹਾ ਜੀ ਆਪਾਂ ਤਾਂ ਸਤਿਗੁਰਾਂ ਨੂੰ ਵੇਖਣਾ, ਸਿੰਘ ਅੰਮ੍ਰਿਤਧਾਰੀ ਹੈ, ਬਾਣੀ ਪੜ੍ਹਦਾ। ਸਾਧ ਸੰਗਤ ਬੱਚੀ ਨੇ ਆਪ ਸਹਿਜ ਪਾਠ ਕੀਤਾ, ਸਾਰਾ ਸਹਿਜ ਪਾਠ ਕਰਕੇ ਹੁਕਮਨਾਮਾ ਜਿਹੜਾ ਆਉਣਾ ਸੀ ਉਹਦੇ ਤੋਂ ਫੈਸਲਾ ਕਰਨਾ ਸੀ ਵੀ ਰਿਸ਼ਤਾ ਕਰੀਏ ਜਾਂ ਨਾ ਕਰੀਏ। ਤੇ ਜਦੋਂ ਹੁਕਮਨਾਮਾ ਲਿਆ ਤੇ ਸਾਧ ਸੰਗਤ ਜੀ ਹੁਕਮਨਾਮਾ ਚੜ੍ਹਦੀ ਕਲਾ ਵਾਲਾ ਆਇਆ ਵੀ ਕਰੋ ਰਿਸ਼ਤਾ। ਅੱਜ ਤੱਕ ਸਾਧ ਸੰਗਤ ਜੀ ਉਹ ਪਰਿਵਾਰ ਹੱਸਦਾ ਵਸਦਾ, 2 ਬੱਚੇ ਆ ਉਹਨਾਂ ਦੇ, ਕੋਈ ਇੱਕ
ਕਿਣਕਾ ਮਾਤਰ ਵੀ ਉਹਨਾਂ ਵਿੱਚ ਤੂੰ ਮੈਂ ਨਹੀਂ ਹੈਗੀ ਦੋਵਾਂ ਜੀਆਂ ਵਿੱਚ। ਤੇ ਜੋਤਿਸ਼ ਦੀ ਮਹਾਰਾਜ ਕਹਿੰਦੇ ਸੀਗੇ ਵੀ ਇਹ ਤਾਂ ਰਿਸ਼ਤਾ ਬਣ ਹੀ ਨਹੀਂ ਸਕਦਾ, ਇਹ ਤਾਂ ਗੱਲ ਬਣਨੀ ਨਹੀਂ ਹੈ। ਪਰ ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਤਰਲਾ ਲੈਂਦੇ ਆ ਨਾ, ਗੁਰਮੁਖੋ ਸਾਡੇ ਗੁਰੂ ਸਾਹਿਬ ਬੜੇ ਵੱਡੇ ਆ। ਇਸ ਕਰਕੇ ਕੋਈ ਵੀ ਕੰਮ ਕਰਨਾ ਆਪਾਂ ਆਪਣੇ ਸਤਿਗੁਰਾਂ ਤੋਂ ਪੁੱਛ ਕੇ ਕਰਨਾ ਹੈ। ਆਪਾਂ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਕੰਮ ਕਰਨਾ ਹੈ। ਸਿੱਖ ਕਹਿੰਦੇ ਵੇਖੋ ਛੋਟੀ ਉਮਰ ਹੈ ਪਰ ਆਪਣੇ ਗੁਰੂ ਨੂੰ ਪੁੱਛ ਰਹੇ ਆ। ਗੁਰੂ ਹਰਿ ਰਾਏ ਸਾਹਿਬ ਪੁੱਛ ਕੇ ਕੰਮ ਕਰ ਰਹੇ ਆ। ਹਾਂਜੀ। ਅਲਪ ਬੈਸ ਬ੍ਰਿਧਨ ਸਮ ਬੋਲੇ। ਕਹਿੰਦੇ ਉਮਰ ਤਾਂ ਛੋਟੀ ਹੈ ਪਰ ਗੱਲਾਂ ਬਜ਼ੁਰਗਾਂ ਵਾਂਗੂ ਕਰਦੇ ਹਨ। ਭੇ ਸਮਰੱਥ ਗੁਰਿਆਈ ਕੋ ਲੇ। ਹਾਂ ਕਹਿੰਦੇ ਵਾਕਈ ਇਹ ਸਮਰੱਥ ਨੇ, ਗੁਰਤਾ ਗੱਦੀ ਦੇ ਯੋਗ ਨੇ। ਹਾਂਜੀ। ਸਤਿਗੁਰ ਪੋਤਰੇ ਕੋ ਮੁਖ ਦੇਖ। ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਆਪਣੇ ਪੋਤਰੇ ਗੁਰੂ ਹਰਿ ਰਾਏ ਸਾਹਿਬ ਦੇ ਮੁਖੋਂ ਇਹ ਸਵਾਲ ਸੁਣਿਆ, ਮਹਾਰਾਜ ਆਪਣੇ ਪੋਤਰੇ ਨੂੰ ਦੇਖਣ ਲੱਗੇ। ਹੋਏ ਪ੍ਰਸੰਨ ਸੋ ਵੀਰ ਪਰੇਖ। ਮਹਾਰਾਜ ਬੜੇ ਪ੍ਰਸੰਨ ਹੋਏ ਕਿਉਂਕਿ ਗੱਲ ਵੀ ਚੜ੍ਹਦੀ ਕਲਾ ਵਾਲੀ ਕੀਤੀ ਨਾ, ਵੀ ਮਹਾਰਾਜ ਪਾ ਦਈਏ ਤੁਹਾਡੇ ਵਾਂਗੂ ਲੰਮੇ ਇਹਨਾਂ ਤੁਰਕਾਂ ਨੂੰ, ਹੁਕਮ ਕਰਿਓ ਮਹਾਰਾਜ। ਹਾਂਜੀ। ਕਹਿਓ ਤਬੈ ਤੁਮ ਕਬਹੋ ਨਾ ਲਰੋ। ਤੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਿ ਰਾਏ ਸਾਹਿਬ ਨੂੰ ਕਹਿਣ ਲੱਗੇ, ਹਰਿ ਰਾਏ ਜੀ ਅਸੀਂ ਭਾਵੇਂ 4 ਜੰਗ ਕੀਤੇ ਪਰ ਤੁਸੀਂ ਨਹੀਂ ਲੜਨਾ। ਕਹਿਣ ਲੱਗੇ ਤੁਸੀਂ ਨਹੀਂ ਜੰਗ ਕਰਨੀ। ਹਾਂਜੀ। ਸ਼ਤਰੁਨ ਦੇਸ਼ ਤੇ ਸ਼ਾਂਤੀ ਧਰੋ। ਤੁਸੀਂ ਵੈਰੀਆਂ ਵਾਲੇ ਪਾਸਿਓਂ ਸ਼ਾਂਤੀ ਰੱਖਣੀ ਹੈ, ਮਾਣ ਨਹੀਂ ਕਰਨਾ, ਸ਼ਾਂਤੀ ਰੱਖਣੀ। ਤੁਸੀਂ ਨਹੀਂ ਜੰਗ ਕਰਨਾ। ਕਿਸ ਬਿਦ ਤੇ ਨਹਿ ਕਰੋ ਬਖੇਰਾ। ਹਾਂ ਕਦੀ ਵੀ ਤੁਸੀਂ ਜੰਗ ਨਹੀਂ ਕਰਨਾ, ਇਹ ਗੱਲ ਪੱਕੀ ਰੱਖੋ। ਵੇਖੋ ਫੌਜ ਵੀ ਰੱਖਣੀ ਹੈ ਪਰ ਜੰਗ ਨਹੀਂ ਕਰਨਾ। ਮਹਾਰਾਜ ਦਾ ਹੁਕਮ ਹੋ ਗਿਆ ਜੀ। ਤਾਈਓ ਗੁਰੂ ਹਰਿ ਰਾਏ ਸਾਹਿਬ ਜੀ ਨੇ ਕਦੀ ਜੰਗ ਨਹੀਂ ਕੀਤਾ ਸਾਧ ਸੰਗਤ ਜੀ। ਹਾਂਜੀ। ਨਹੀਂ ਸੰਭਾਰੋ ਬੈਰ ਬਡੇਰਾ। ਤੁਸਾਂ ਮਨ ਵਿੱਚ ਤੁਰਕਾਂ ਦੇ ਪ੍ਰਤੀ ਕੋਈ ਵੀ ਫੁਰਨਾ ਨਹੀਂ ਲੈ ਕੇ ਆਉਣਾ। ਸੈਨਾ 2000। ਹਾਂ 2200 ਘੋੜ ਸਵਾਰ ਰੱਖੋ ਸੰਗ ਸੁਚੇਤੀ ਧਾਰ। ਫੇਰ ਵੀ ਨਾਲ ਹੀ ਰੱਖਣੇ ਆ, ਸੁਚੇਤ ਰੱਖਣੇ ਆ। ਉਹ ਸਾਵਧਾਨ 2200 ਘੋੜ ਸਵਾਰ ਥੋੜਾ ਨਹੀਂ ਹੁੰਦਾ ਸਾਧ ਸੰਗਤ ਜੀ। 2200 ਘੋੜੇ, ਉਹਨਾਂ ਘੋੜਿਆਂ ਦੇ ਉੱਤੇ ਸ਼ਸਤਰਧਾਰੀ ਯੋਧੇ। ਹਾਂਜੀ। ਨਹੀਂ ਕਦਾਚਿਤ ਰਨ ਕੋ ਚਾਹੋ। ਹਾਂ ਮਹਾਰਾਜ ਕਹਿੰਦੇ ਫੌਜ ਪੂਰੀ ਰੱਖਣੀ ਹੈ ਪਰ ਜੰਗ ਨਹੀਂ ਕਰਨਾ। ਭੋਗੋ ਆਨੰਦ ਬੈਠ ਕਰ ਮਾਹੋ। ਬਸ ਆਨੰਦ ਹੀ ਲੈਣਾ ਬੈਠ ਕੇ, ਤੁਸਾਂ ਸੁੱਖ ਹੀ ਮੰਨਣਾ ਹੈ। ਸ਼੍ਰੀ ਹਰਿ ਰਾਏ ਕਹਿਓ ਸੁਨ ਫੇਰ। ਗੁਰੂ ਹਰਿ ਰਾਏ ਸਾਹਿਬ ਸਤਿਗੁਰਾਂ ਨੇ ਫਿਰ ਬੇਨਤੀ ਕੀਤੀ, ਜੇ ਰਿਪ ਲੈ ਕਰ ਸੈਨ ਕਨੇਰ। ਮਹਾਰਾਜ ਸਾਡੇ ਕੋਲ ਫੌਜਾਂ ਹੋਣਗੀਆਂ ਤੇ ਜਦੋਂ ਵੈਰੀਆਂ ਨੇ ਵੇਖਣਾ ਵੀ ਇਹ ਫੌਜ ਰੱਖੀ ਬੈਠੇ ਆ, ਮਹਾਰਾਜ ਅਸੀਂ ਤਾਂ ਨਹੀਂ ਜੰਗ ਕਰਾਂਗੇ, ਪਰ ਜੇ ਉਹੋ ਹੀ ਚੜ੍ਹ ਕੇ ਆ ਗਏ ਤਾਂ ਫਿਰ ਅਸੀਂ ਕੀ ਕਰਾਂਗੇ। ਇਹ ਵੀ ਤਾਂ ਸਵਾਲ ਠੀਕ ਹੈ ਨਾ, ਵੀ ਜੇ ਉਹ ਆ ਗਏ ਜੰਗ ਕਰਨ ਵਾਸਤੇ ਫਿਰ ਅਸੀਂ ਕੀ ਕਰਾਂਗੇ। ਚੜ ਆਵੇ ਹਮ ਪਰ ਬਲ ਧਰੇ। ਜੇ ਮਹਾਰਾਜ ਉਹ ਆਪ ਹੀ ਆ ਗਏ ਹਮਲਾ ਕਰਨ ਵਾਸਤੇ, ਫਿਰ ਦੱਸੋ ਜਵਾਬ ਦੇਣਾ ਹੈ ਕਿ ਨਹੀਂ ਦੇਣਾ। ਭਰੇ ਗਰਭ ਤੇ ਜੇ ਲਰ ਪਰੈ। ਮਹਾਰਾਜ ਉਹ ਆਪੇ ਹੀ ਮਾਣ ਵਿੱਚ ਆ ਕੇ ਸਾਡੇ ਨਾਲ ਲੜਨ, ਫਿਰ ਅਸੀਂ ਥੋੜੀ ਚੁੱਪ ਰਵਾਂਗੇ। ਹਾਂਜੀ। ਤਬ ਕਿਆ ਕਰੇ ਹੁਕਮ ਸੋ ਕਰੋ। ਉਦੋਂ ਕੀ ਕਰਨਾ ਹੈ ਅਸੀਂ, ਆਪ ਤਾਂ ਜੰਗ ਕਰਨੀ ਨਹੀਂ, ਪਰ ਜੇ ਕੋਈ ਕਰੇ ਫਿਰ ਕੀ ਕਰੀਏ, ਇਹ ਸਾਨੂੰ ਦੱਸੋ। ਹੋਏ ਅਵਸ਼ਯਕ ਰਨ ਉਰ ਧਰੋ। ਤੇ ਮਹਾਰਾਜ ਉਦੋਂ ਤਾਂ ਜੰਗ ਕਰਨੀ ਜ਼ਰੂਰੀ ਹੈ ਨਾ। ਫਿਰ ਕੋਈ ਆ ਕੇ ਮਾਰ ਕੇ ਕੁੱਟ ਕੇ ਚਲ ਜੇ, ਇਹ ਵੀ ਗੱਲ ਚੰਗੀ ਨਹੀਂ ਹੁੰਦੀ ਸਾਧ ਸੰਗਤ ਦੀ। ਮਹਾਰਾਜ ਉਦੋਂ ਤਾਂ ਜੰਗ ਕਰਨੀ ਜ਼ਰੂਰੀ ਹੈ ਨਾ। ਹਾਂਜੀ। ਸੋਨ ਕਿਰਪਾਲ ਸ਼ੁਭ ਬਾਕ ਬਖਾਨਾ। ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਸਤਿਗੁਰਾਂ ਨੇ ਜਦੋਂ ਸੁਣਿਆ
ਮਹਾਰਾਜ ਨੇ ਬਚਨ ਕੀਤਾ। ਜੋ ਤੁਮ ਪਰ ਚੜ ਕਰਹਿ ਪਿਆਨਾ। ਮਹਾਰਾਜ ਕਹਿਣ ਲੱਗੇ ਹਰ ਰਾਏ ਜੀ ਇਹਦਾ ਵੀ ਜਵਾਬ ਹੈ, ਹੱਲ ਹੈ। ਤੁਸੀਂ ਕਿਸੇ ਉੱਤੇ ਹਮਲਾ ਨਹੀਂ ਕਰਨਾ, ਪਰ ਜੇ ਕੋਈ ਤੁਹਾਡੇ ਉੱਤੇ ਹਮਲਾ ਕਰੇ, ਆਪ ਆਵੇ ਹਮਲਾ ਕਰਨ ਵਾਸਤੇ, ਸੋ ਨਹਿ ਆਵਨ ਪਾਵਹਿ ਕੈਸੇ। ਹਾਂਜੀ, ਨਿਫਲ ਪਰੇ ਘਨ ਧੁੰਦਹਿ ਜੈਸੇ। ਗਰੀਬ ਨਵਾਜ ਸਤਿਗੁਰੂ ਕਹਿਣ ਲੱਗੇ ਉਹ ਰਸਤੇ ਵਿੱਚ ਹੀ ਖਤਮ ਹੋ ਜਾਣਗੇ, ਤੁਹਾਡੇ ਤੱਕ ਅੱਪੜ ਹੀ ਨਹੀਂ ਸਕਦੇ। ਜਿਵੇਂ ਗੜਾ ਹੁੰਦਾ ਨਾ, ਗੜਾ ਸਾਧ ਸੰਗਤ ਜੀ, ਗੜਾ ਉੱਤੋਂ ਬਹੁਤ ਵੱਡਾ ਡਿੱਗਦਾ, ਬੜੇ ਪ੍ਰੈਸ਼ਰ 'ਚ ਆਉਂਦਾ, ਪਰ ਉਹ ਧਰਤੀ ਤੇ ਆਉਂਦਿਆਂ ਆਉਂਦਿਆਂ ਏਡਾ ਜਿਹਾ ਹੀ ਰਹਿ ਜਾਂਦਾ, ਨਿੱਕਾ ਜਿਹਾ ਹੀ ਰਹਿ ਜਾਂਦਾ, ਕੁਝ ਵਿਗਾੜ ਨਹੀਂ ਪਾਉਂਦਾ, ਰਸਤੇ 'ਚ ਹੀ ਗਲ ਜਾਂਦਾ। ਮਹਾਰਾਜ ਕਹਿਣ ਲੱਗੇ ਜਿਹੜਾ ਤੁਹਾਡੇ ਤੇ ਹਮਲਾ ਕਰੇਗਾ ਉਹ ਰਸਤੇ 'ਚ ਹੀ ਗਲ ਜਾਵੇਗਾ, ਗੜੇ ਦੀ ਤਰ੍ਹਾਂ। ਬੱਦਲ ਕਈ ਗਰਜਦੇ ਹੀ ਹੈ, ਵਰਸਦੇ ਨਹੀਂ, ਉਹ ਕਾਰਜ ਹੋਵੇਗਾ। ਓਰੇ ਸਮਗਰ ਹੈ ਮਗ ਮਾਹੀ। ਗੜੇ ਵਾਂਗੂ ਰਸਤੇ ਵਿੱਚ ਹੀ ਉਹ ਗਲ ਜਾਵੇਗਾ ਜਿਹੜਾ ਤੁਹਾਡੇ ਉੱਤੇ ਹਮਲਾ ਕਰੇਗਾ। ਤੁਮ ਲੋ ਪ੍ਰਾਪਤ ਹੋਵਹਿ ਨਾਹੀ। ਹਾਂ, ਮਹਾਰਾਜ ਕਹਿੰਦੇ ਤੁਹਾਡੇ ਤੱਕ ਨਹੀਂ ਕੋਈ ਪਹੁੰਚੇਗਾ। ਹਾਂਜੀ, ਇਹ ਬਾਰ ਤੁਮਕੋ ਆਨ ਮਿਟ ਜਾਨੋ ਹੋ। ਬੈਠੇ ਸਦਾ ਆਨੰਦ ਕੋ ਠਾਨੋ ਹੋ। ਇਹ ਸਾਡਾ ਬਚਨ ਹੈ, ਔਰ ਸਾਡਾ ਇਹ ਬਚਨ ਪੱਕਾ ਹੈ, ਇਹ ਬਚਨ ਮਿਟੇਗਾ ਨਹੀਂ ਕਦੀ ਵੀ। ਵਾਕਈ ਸਾਧ ਸੰਗਤ ਗੁਰੂ ਹਰਿਰਾਏ ਸਾਹਿਬ ਤੇ ਇੱਕ ਵਾਰੀ ਇੱਕ ਆਇਆ ਸੀ ਚੜ੍ਹ ਕੇ, ਪਰ ਉਹ ਰਸਤੇ ਵਿੱਚ ਹੀ ਰਹਿ ਗਿਆ ਸੀ, ਪਹੁੰਚ ਨਹੀਂ ਸੀ ਸਕਿਆ ਜੀ, ਪਹੁੰਚ ਨਹੀਂ ਸੀ ਸਕਿਆ। ਹਾਂਜੀ, ਸੁਨ ਕਰ ਸ਼੍ਰੀ ਹਰਿ ਰਾਏ ਆਨੰਦੇ। ਤੁਸੀਂ ਬੈਠ ਕੇ ਆਨੰਦ ਹੀ ਲਵੋ। ਗੁਰੂ ਹਰਿਰਾਏ ਸਾਹਿਬ ਜੀ ਨੇ ਇਹ ਬਚਨ ਸੁਣਿਆ, ਬੜਾ ਆਨੰਦ ਲਿਆ। ਚਰਨ ਪਿਤਾਮੇ ਕੇ ਜੁਗ ਬੰਦੇ। ਆਪਣੇ ਦਾਦਾ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਜੀ, ਤੁਸੀਂ ਵੀ ਟੇਕਿਓ ਸੁਰਤ ਕਰਕੇ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ, ਦੋਹਰਾ ਸਾਹਿਬ ਭਾਨੇ ਸੋ ਕਹਿਓ ਤੁਮ ਨਿਜ ਨੰਦਨ ਆਨ। ਕਿਉਂਕਿ ਸਤਿਗੁਰੂ ਸਰੀਰ ਤਿਆਗ ਰਹੇ ਹਨ, ਕੱਲੇ ਕੱਲੇ ਸਿੱਖ ਨੂੰ ਬਚਨ ਕਰ ਰਹੇ ਮਹਾਰਾਜ। ਬਾਬਾ ਭਾਨਾ ਜੀ ਸਾਧ ਸੰਗਤ ਜੀ ਬੜੇ ਸਿਆਣੇ ਗੁਰਸਿੱਖ ਸੀਗੇ। ਬਾਬਾ ਬੁੱਢਾ ਸਾਹਿਬ ਦੇ ਪੁੱਤਰ ਨੇ ਬਾਬਾ ਭਾਨਾ ਜੀ। ਬਾਬਾ ਭਾਨਾ ਜੀ ਨੂੰ ਸਤਿਗੁਰਾਂ ਨੇ ਇਹ ਬਚਨ ਕੀਤਾ, ਮਹਾਰਾਜ ਕਹਿੰਦੇ ਤੁਸੀਂ ਆਪਣੇ ਪੁੱਤਰਾਂ ਨੂੰ ਲੈ ਕੇ ਆ ਜਾਓ ਤੇ ਸਾਡੇ ਮਗਰੋਂ ਹਰਿਰਾਏ ਸਾਹਿਬ ਜੀ ਦੇ ਲਾਗੇ ਹੀ ਰਹਿਣਾ ਤੁਸਾਂ। ਹਾਂਜੀ, ਸ਼੍ਰੀ ਹਰਿ ਰਾਏ ਸਮੀਪ ਰੱਖ ਸਦਾ ਰਹੇ ਸੁਖ ਠਾਨ। ਇੱਥੇ ਰਹਿਣਾ ਕੀਰਤਪੁਰ ਸਾਹਿਬ ਵਿੱਚ, ਇੱਥੋਂ ਕਿਤੇ ਹੋਰ ਨਹੀਂ ਜਾਣਾ। ਚੌਪਈ ਰਾਮਦਾਸ ਕੇ ਗ੍ਰਾਮ ਮਜਾਰੇ। ਤਾਨ ਕੋ ਤਿਆਗੋ ਤਹਾਂ ਸੁਖਾਰੇ। ਬਾਬਾ ਭਾਨਾ ਜੀ ਰਮਦਾਸ ਰਹਿੰਦੇ ਸਨ, ਰਮਦਾਸ ਪਿੰਡ ਵਿੱਚ। ਮਹਾਰਾਜ ਕਹਿੰਦੇ ਉਹ ਪਿੰਡ ਹੁਣ ਛੱਡ ਦਿਓ। ਰਾਏ ਜੋਦ ਸੋ ਬੋਹਰ ਬਖਾਨਾ। ਹਾਂਜੀ, ਹਮ ਪਾਛੇ ਅਵਲੋਕ ਵਿਧਾਨਾ। ਤੇ ਮਹਾਰਾਜ ਨੇ ਕਾਂਗੜ ਦੇ ਰਾਜੇ ਰਾਏ ਜੋਧ ਨੂੰ ਕਿਹਾ, ਮਹਾਰਾਜ ਕਹਿੰਦੇ ਵੀ ਸਾਡੇ ਪਿੱਛੋਂ ਪੁੰਨ ਕਾਂਗੜ ਕੋ ਜਾਹੋ ਸੁਖਾਰੇ। ਜਦੋਂ ਅਸੀਂ ਸਰੀਰ ਤਿਆਗ ਦੇਵਾਂਗੇ ਫਿਰ ਤੁਸੀਂ ਵੀ ਵਾਪਸ ਚਲੇ ਜਾਣਾ ਭਾਈ। ਪਰ ਸਾਰੇ ਬੈਰਾਗ 'ਚ ਭਰੇ ਪਏ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਆਪ ਹੀ ਆਪਣੇ ਸਰੀਰ ਤਿਆਗਣ ਦੀਆਂ ਗੱਲਾਂ ਕਰ ਰਹੇ ਆ। ਹਾਂਜੀ, ਭੋਗੋ ਪਰਾ ਲਬਦ ਤਨ ਧਾਰੇ। ਮਹਾਰਾਜ ਕਹਿਣ ਲੱਗੇ ਤੁਸੀਂ ਰਾਏ ਜੋਧ ਮੁਕਤ ਹੋ, ਬਸ ਸਾਡੇ ਪਿੱਛੋਂ ਪਰਾਲਬਧੀ ਭੋਗੋਗੇ ਤੁਸੀਂ ਥੋੜਾ ਸਮਾਂ। ਅੰਤ ਸਮੇ ਹਮ ਹੋਹੇ ਸਹਾਏ। ਤੇ ਰਾਏ ਜੋਧ ਜਦੋਂ ਤੁਹਾਡਾ ਵੀ ਅੰਤਮ ਸਮਾਂ ਆਏਗਾ ਤੁਹਾਡੀ ਮਦਦ ਕਰਨ ਲਈ ਪਹੁੰਚਾਂਗੇ ਅਸੀਂ। ਕਹਿਣ ਲੱਗੇ ਤੁਹਾਡੀ ਰਾਖੀ ਕਰਾਂਗੇ ਅਸੀਂ। ਹਾਂਜੀ, ਸਤਨਾਮ ਸਿਮਰੋ ਲਿਵ ਲਾਏ। ਸਾਡੇ ਮਗਰੋਂ ਆਪਣੇ ਘਰ ਵਿੱਚ ਬੈਠ ਕੇ ਸਤਨਾਮ ਸ੍ਰੀ ਵਾਹਿਗੁਰੂ ਜਪੋ ਕਹਿਣ ਲੱਗੇ। ਹਾਂਜੀ,
ਤਿਮਹੀ ਰੂਪਾ ਨਿਜ ਕਰ ਰਹੇ। ਭਾਈ ਰੂਪਾ ਜੀ ਸਾਹਮਣੇ ਆ ਕੇ ਬਹਿ ਗਏ, ਸਤਿਗੁਰੂ ਜੀ ਮਹਾਰਾਜ ਮੇਰੇ ਲਈ ਕੀ ਹੁਕਮ ਹੈ, ਮੈਂ ਕੀ ਕਰਾਂ? ਤੁਹਾਡੇ ਤੋਂ ਬਗੈਰ ਇਸ ਦੁਨੀਆ 'ਚ ਰਹਿ ਕੇ ਅਸੀਂ ਕੀ ਕਰਨਾ ਹੈ? ਕਿਉਂਕਿ ਪਿਆਰ ਬੜਾ ਨਾ ਮਹਾਰਾਜ ਨਾਲ। ਸਤਿਗੁਰੂ ਕਹਿਣ ਲੱਗੇ ਰਾਏ ਜੋਧ ਤੁਸੀਂ ਆਪਣੇ ਘਰ, ਵਾਹਿਗੁਰੂ ਭਾਈ ਰੂਪਾ ਜੀ ਤੁਸੀਂ ਆਪਣੇ ਘਰ ਵਿੱਚ ਹੀ ਰਹੋ। ਹਾਂਜੀ, ਅੰਤ ਪਰਮ ਪਾਦ ਕੋ ਇਹੋ ਲਹੇ। ਤੁਸੀਂ ਪਰਮ ਪਦਵੀ ਨੂੰ ਪ੍ਰਾਪਤ ਹੋਵੋਗੇ। ਸਰੀਰ ਤਿਆਗਣ ਲੱਗਿਆਂ ਬ੍ਰਹਮ ਗਿਆਨ ਤੁਹਾਡੇ ਹਿਰਦੇ 'ਚ ਟਿਕਿਆ ਹੋਏਗਾ। ਹਾਂਜੀ, ਕਰੋ ਦੇਗ ਗੁਰ ਹਿਤ ਵਰਤਾਵੋ। ਜਾਓ ਆਪਣੇ ਪਿੰਡ ਵਿੱਚ ਜਾਓ ਤੇ ਗੁਰੂ ਦੇ ਹਿੱਤ ਲੰਗਰ ਲਾਓ। ਜਾ ਕੇ ਕਹਿਣ ਲੱਗੇ ਆਈਆਂ ਗਈਆਂ ਸੰਗਤਾਂ ਨੂੰ ਲੰਗਰ ਛਕਾਵੋ। ਸਿੱਖੀ ਕੋ ਕਮਾਏ ਸੁਖ ਪਾਵੋ। ਸਿੱਖੀ ਨੂੰ ਕਮਾਵੋ, ਸੁਖ ਪ੍ਰਾਪਤ ਕਰੋਗੇ। ਭਾਈ ਰੂਪਾ ਜੀ ਵੀ ਰੋਣ ਲੱਗ ਪਏ, ਬੈਰਾਗ ਕਰਨ ਲੱਗ ਪਏ, ਕਿਉਂਕਿ ਪਿਆਰੇ ਸਤਿਗੁਰਾਂ ਦੇ ਦਰਸ਼ਨ ਹੋ ਰਹੇ, ਮੁੜ ਦਰਸ਼ਨ ਨਹੀਂ ਹੋਣੇ ਸਾਧ ਸੰਗਤ ਜੀ। ਹਾਂਜੀ, ਤੁਮ ਦੋਨੋਂ ਕੀ ਸੰਤਤ ਜੋਈ। ਰਾਏ ਜੋਧ ਤੇ ਭਾਈ ਰੂਪਾ ਤੁਹਾਡੀ ਜਿਹੜੀ ਸੰਤਾਨ ਹੋਵੇਗੀ, ਮੇਲੀ ਗੁਰ ਘਰ ਸੋਨਿਤ ਹੋਈ। ਉਹ ਗੁਰੂ ਘਰ ਨਾਲ ਮਿਲੀ ਰਹੇਗੀ। ਦਰਬਾਰ ਸਾਹਿਬ ਆਏ ਹੋ ਨਾ, ਮਹਾਰਾਜ ਦੇ ਚਰਨਾਂ 'ਚ ਬੈਠੇ ਹੋ, ਮਹਾਰਾਜ ਦੀ ਕਥਾ ਸੁਣ ਰਹੇ ਹੋ। ਅਰਦਾਸ ਕਰਿਓ ਸੱਚੇ ਪਾਤਸ਼ਾਹ, ਜਿਵੇਂ ਅਸੀਂ ਤੁਹਾਡੇ ਚਰਨਾਂ 'ਚ ਆਏ ਹਾਂ, ਸਾਡੇ ਪੁੱਤ ਪੋਤਰੇ, ਦੋਤਰੇ, ਧੀਆਂ, ਦੋਤਰੀਆਂ, ਪੋਤਰੀਆਂ, ਸਾਰਾ ਖਾਨਦਾਨ ਹੀ ਤੁਹਾਡੇ ਚਰਨਾਂ 'ਚ ਇਸੇ ਤਰ੍ਹਾਂ ਹੀ ਆਇਆ ਕਰਨ। ਜੁੜੇ ਰਹੀਏ ਮਹਾਰਾਜ। ਹਾਂਜੀ, ਪਹੁੰਚੇ ਅਨੇਕ ਬਾਰ ਤਿਸ ਦੇਸ਼। ਹਾਂਜੀ, ਮਿਲੇ ਸਦਾ ਸੁਖ ਲਹੇ ਅਸ਼ੇਸ਼। ਮਹਾਰਾਜ ਕਹਿਣ ਲੱਗੇ ਜਿਵੇਂ ਅਸੀਂ ਸਰੀਰ ਤਿਆਗ ਦੇਣਾ, ਉਵੇਂ ਤੁਸੀਂ ਵੀ ਤਿਆਗ ਦੇਣਾ। ਤੁਹਾਡੇ ਪੁੱਤਰ ਪੋਤਰਿਆਂ ਨੂੰ ਸਾਡੇ ਪੁੱਤਰ ਪੋਤਰੇ ਮਿਲਿਆ ਕਰਨਗੇ। ਕਹਿਣ ਲੱਗੇ ਸਾਡਾ ਪੀੜ੍ਹੀਆਂ ਦਾ ਪਿਆਰ ਹੋਵੇਗਾ। ਰੁਦਤ ਅਧਿਕ ਗੁਰ ਤਨੁ ਜਾ ਆਈ। ਸਾਧ ਸੰਗਤ ਜੀ ਉਧਰੋਂ ਪਤਾ ਲੱਗਾ ਸਤਿਗੁਰਾਂ ਦੀ ਧੀ, ਪਿਆਰੀ ਧੀ, ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣਾ ਬਾਬਲ ਕਹਿੰਦੀ ਹੈ, ਬੀਬੀ ਵੀਰੋ ਜੀ। ਇੱਕੋ ਹੀ ਧੀ ਹੈ ਨਾ ਮਹਾਰਾਜ ਦੀ। ਬੀਬੀ ਵੀਰੋ ਨੂੰ ਪਤਾ ਲੱਗਾ ਵੀ ਮਹਾਰਾਜ ਸਰੀਰ ਤਿਆਗਣ ਲੱਗੇ ਆ। ਕੋਠਾ ਬਣਵਾ ਲਿਆ, ਅੰਦਰ ਬਹਿ ਜਾਣਾ, ਮੁੜ ਮਿਲਣਾ ਨਹੀਂ ਕਿਸੇ ਨੂੰ। ਬੀਬੀ ਵੀਰੋ ਜੀ ਬੈਰਾਗ ਕਰਦੇ ਹੋਏ ਮਹਾਰਾਜ ਦੇ ਚਰਨਾਂ 'ਚ ਆਏ, ਬਹੁਤ ਬੈਰਾਗ ਕਰ ਰਹੇ ਹਨ। ਪਿਤ ਕੋ ਮੋਹ ਹਿਰਦੇ ਓਮ ਗਾਈ। ਪਿਤਾ ਦਾ ਮੋਹ ਹੈ ਨਾ। ਬਾਪ ਵੀ ਗੁਰੂ ਹਰਗੋਬਿੰਦ ਸਾਹਿਬ ਵਰਗਾ ਹੋਵੇ ਤੇ ਮੋਹ ਕਿਉਂ ਨਹੀਂ ਆਉਂਦਾ? ਹਾਂਜੀ, ਦੇਖ ਤਾਹੇ ਕੋ ਧੀਰਜ ਦੀਨਾ। ਮਹਾਰਾਜ ਨੇ ਬੀਬੀ ਵੀਰੋ ਨੂੰ ਵੇਖਿਆ, ਧੀਰਜ ਦਿੱਤਾ। ਕਿਉਂ ਐਸੇ ਹੋਈ ਮਨ ਦੀਨਾ। ਮਹਾਰਾਜ ਕਹਿੰਦੇ ਬੱਚੀਏ, ਧੀਏ, ਅਸੀਂ ਤੇਰੇ ਤੋਂ ਦੂਰ ਥੋੜੀ ਆ, ਧੀਰਜ ਰੱਖ। ਸਰਬ ਸੁਖਨ ਕੋ ਲਹੇ ਸਦੀਵ। ਤੂੰ ਵੀ ਸਾਰੇ ਸੁਖ ਮਾਣੇਗੀ। ਸੰਤਤ ਤੋਰ ਵੀਰ ਬੜ ਥੀਵ। ਮਹਾਰਾਜ ਕਹਿਣ ਲੱਗੇ ਤੇਰੇ ਪੁੱਤ ਬੜੇ ਯੋਧੇ ਹੋਣਗੇ। ਬੀਬੀ ਵੀਰੋ ਦੇ 5 ਪੁੱਤ ਹੋਏ ਸਾਧ ਸੰਗਤ ਜੀ। ਬਾਬਾ ਸੰਗੋ ਸ਼ਾਹ ਜੀ, ਬਾਬਾ ਮੰਗੋ ਸ਼ਾਹ ਜੀ, ਬਾਬਾ ਜੀਤ ਮੱਲ ਜੀ, ਬਾਬਾ ਮਾੜੀ ਚੰਦ ਜੀ। ਔਰ ਇਹ 5 ਹੀ ਪੁੱਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰਾਂ ਦੇ ਨਾਲ ਰਹੇ ਜੀ। ਸ਼ਾਇਦ ਇੱਕ ਦਾ ਨਾਮ ਬਾਬਾ ਗੁਲਾਬ ਚੰਦ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹੇ ਆ। ਗੁਰੂ ਗੋਬਿੰਦ ਸਿੰਘ ਜੀ ਦੀ ਬਰਾਤੇ ਗਏ ਆ 5 ਹੀ। ਹਾਂਜੀ, ਜਸ ਕੋ ਲੇਹ ਰਹੇ ਗੁਰ ਸੰਗ। ਮਹਾਰਾਜ ਨੇ ਭਜਨ ਉਦੋਂ ਹੀ ਕਰ ਦਿੱਤਾ ਸੀ ਬੀਬੀ ਵੀਰੋ ਨੂੰ, ਤੇਰੇ ਪੁੱਤ ਸਾਡੇ ਨਾਲ ਰਿਹਾ ਕਰਨਗੇ, ਤੇਰੇ ਪੁੱਤਰਾਂ ਦੀਆਂ ਵੀ ਸਿਫਤਾਂ ਹੋਇਆ ਕਰਨਗੀਆਂ। ਹਾਂਜੀ, ਧਰੋ ਆਨੰਦ ਸ਼ੋਕ ਦੁਖ ਭੰਗ। ਆਨੰਦ ਧਾਰ ਸ਼ੋਕ ਦੂਰ ਕਰਦੇ, ਕਿਉਂਕਿ ਬੀਬੀ ਵੀਰੋ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਦੋਤਰੇ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਹੈ।
ਇਸ ਕਰਕੇ ਰਿਸ਼ਤੇਦਾਰੀ ਬੜੀ ਗੂੜੀ ਹੈ, ਬੜੀ ਨੇੜੇ ਦੀ ਹੈ, ਪਰ ਬੈਰਾਗ ਬੜਾ, ਸੰਗਤਾਂ ਬੈਰਾਗ ਕਰ ਰਹੀਆਂ। ਇਹ ਹੋ ਵਿਛੋੜਾ ਸਹਿਆ ਨਾ ਜਾਏ, ਇਹ ਹੋ ਵਿਛੋੜਾ ਸਹਿਆ ਨਾ ਜਾਏ। ਜਪੋ ਏ ਹੋ ਸਹਿਆ, ਏ ਹੋ ਸਹਿਆ ਨਾ ਜਾ। ਪਰਸੋਂ ਨੂੰ ਸਤਿਗੁਰਾਂ ਦੇ ਸਰੀਰ ਤਿਆਗਣ ਦੀ ਕਥਾ ਆਏਗੀ, ਤੇ ਦਾਸ ਨੇ ਪਹਿਲਾਂ ਹੀ ਬੇਨਤੀ ਕੀਤੀ ਸੀਗੀ, ਜਿਹੜੀਆਂ ਸੰਗਤਾਂ ਦੂਰ ਦੁਰਾਡੇ ਬੈਠੀਆਂ ਨਾ, ਪਰ ਰੋਜ਼ ਇੱਥੋਂ ਕਥਾ ਸੁਣਦੀਆਂ, ਉਹਨਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਪਰਸੋਂ ਨੂੰ ਆਪ ਜੀ ਹਾਜ਼ਰੀ ਭਰਿਓ, ਇੱਥੇ ਬੈਠ ਕੇ ਸਤਿਗੁਰਾਂ ਦੇ ਸਰੀਰ ਤਿਆਗਣ ਦੀ ਕਥਾ ਸੁਣਿਓ। ਇੱਕ ਕੱਲ ਵਾਲਾ ਪ੍ਰਸੰਗ ਹੈ, ਇੱਕ ਪ੍ਰਸੰਗ ਹੋਰ ਹੈ। ਮਹਾਰਾਜ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸਰਬ ਸੁਖਨ ਕੋ ਲਹੇ ਸਦੀਵ, ਸੰਤਤ ਤੋਰ ਬੀਰ ਬੜ ਥੀਵ, ਜਸ ਕੋ ਲਹਿ ਰਹੇ ਗੁਰ ਸੰਗ, ਧਰਹੁ ਆਨੰਦ ਸ਼ੋਕ ਦੁਖ ਭੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।